ਜੇ ਪੱਥਰ ਚੜ੍ਹ ਦੀ ਆਪਾਂ ਗੱਲ ਕਰੀਏ, ਤੁਸੀਂ 4-5 ਪੱਤੇ ਲਓ, ਇਹਨਾਂ ਨੂੰ ਕੁੱਟ ਲਓ, ਕੁੱਟ ਕੇ ਪਾਣੀ ਜਿਵੇਂ ਵਿੱਚ ਹੁੰਦਾ ਪਾਣੀ ਛਾਣ ਕੇ ਉਹ ਤੁਸੀਂ ਪਾਣੀ ਪੀਣਾ ਹੈਗਾ, ਸਵੇਰੇ ਪੀ ਲਓ ਖਾਲੀ ਪੇਟ। 8 ਤੋਂ 10 mm ਤੱਕ ਦਾ ਸਟੋਨ ਇੱਕ ਹੋਰ ਖਾ ਸਕਦਾ ਹੈਗਾ। ਤੇ ਹੋਰ ਮੈਨੂੰ ਲੜਨਾ ਪੈਂਦਾ ਜੀ ਲੋਕਾਂ ਨਾਲ ਕਿ ਇਹ ਲਾ ਲਓ ਕਰਿਓ, ਕਹਿੰਦੇ ਕੋਈ ਤੁਸੀਂ ਸਾਨੂੰ ਪਾਊਡਰ ਦੇ ਦਿਓ, ਤਾਂ ਅਸੀਂ ਬਾਰ-ਬਾਰ ਨਹੀਂ ਆ ਸਕਦੇ। ਹੁਣ ਦੇਖੋ ਆਪਣੀ ਹੈਲਥ ਵਾਸਤੇ ਤੁਸੀਂ ਜੇ ਇੱਕ ਘਰ ਆਪਣੇ ਘਰ ਤੋਂ ਉੱਠ ਕੇ ਇੱਥੇ ਤੱਕ ਨਹੀਂ ਜਾ ਸਕਦੇ, ਕਿ ਤੁਹਾਨੂੰ ਚਾਹੀਦਾ ਕਿ ਸਿਰਫ ਦਵਾਈਆਂ ਹੀ ਸਰਾਣੇ ਸਿਰ ਰਹਿ ਜਾਣ, ਤੇ ਫਿਰ ਦਵਾਈਆਂ ਸਰਾਣੇ ਸਿਰ ਮਿਲਣਗੀਆਂ। ਇਹ ਜਿਹੜਾ ਪਲਾਂਟ ਹੈਗਾ ਇਹ ਬੇਸਿਕਲੀ ਇਨਸੂਲਿਨ ਦੀ ਪ੍ਰੋਡਕਸ਼ਨ ਵਧਾਉਂਦਾ ਹੈਗਾ, ਇੰਨਾ ਕਿ ਜਿਹੜੇ ਬੰਦਿਆਂ ਨੂੰ 30 ਯੂਨਿਟ ਤੱਕ ਇੰਜੈਕਸ਼ਨ ਲੱਗ ਰਹੇ ਹੈਗੇ ਇਨਸੂਲਿਨ ਦੇ, ਉਹਨਾਂ ਵਾਸਤੇ ਵੀ ਇਹ ਕਾਰਗਰ ਹੈ। ਇਹਦੇ ਵਿੱਚ ਦੁੱਧ ਨਾਲੋਂ ਵੱਧ ਕੈਲਸ਼ੀਅਮ, ਗਾਜਰ ਨਾਲੋਂ ਵੱਧ ਵਿਟਾਮਿਨ ਏ ਤੇ ਬਨਾਨਾ ਨਾਲੋਂ ਵੱਧ ਮੈਗਨੀਸ਼ੀਅਮ, ਪੋਟੈਸ਼ੀਅਮ, ਮਤਲਬ ਇੰਨੇ ਇਹਦੇ ਵਿੱਚ ਕੰਪੋਨੈਂਟਸ ਹੁੰਦੇ ਨੇ ਕਿ ਸੋਚ ਨਹੀਂ ਸਕਦੇ। ਜਿਹੜੀ ਦਵਾਈ ਤੁਹਾਨੂੰ ਰੋਜ਼ ਲੈਣੀ ਪੈ ਰਹੀ ਹੈ ਤੇ ਤੁਸੀਂ ਲਾਸਟ 10 ਸਾਲ ਤੋਂ 20 ਸਾਲ ਤੋਂ ਲੈ ਰਹੇ ਹੋ, ਉਹ ਦਵਾਈ ਥੋੜੀ, ਉਹ ਤਾਂ ਨਸ਼ਾ ਹੈ ਜੀ। ਉਹਦੇ ਨਾਲ ਤਾਂ ਤੁਸੀਂ ਅੰਦਰ ਦਾ ਆਪਣਾ ਸਿਸਟਮ ਖਰਾਬ ਕਰ ਲਿਆ। ਤੁਸੀਂ ਹੁਣ ਤੁਹਾਨੂੰ ਦਰਦ ਹੋ ਰਹੀ ਹੈ ਇੱਥੇ ਸਪੋਜ਼ ਕਰੋ ਮੈਂ ਇੱਕ ਉਂਗਲ ਦਬਾ ਕੇ ਰੱਖੀ, ਇੱਥੇ ਮੈਨੂੰ ਦਰਦ ਹੋਣੀ ਸ਼ੁਰੂ ਹੋ ਗਈ, ਮੈਂ ਪੇਨ ਕਿਲਰ ਲੈ ਕੇ ਆਪਣੇ ਰਿਸੈਪਟਰ ਰੋਕਤੇ, ਮੈਂ ਦਵਾਈ ਰੱਖ ਰਿਹਾ ਇਹਨੂੰ, ਕੌਜ਼ ਤਾਂ ਇਹ ਸੀਗਾ ਮੈਂ ਅੰਦਰੋਂ ਆਪਣੀ ਕੰਨ ਨੱਕ ਅੱਖ ਮੂੰਹ ਬੰਦ ਕਰ ਲਏ ਇਹਨੂੰ। ਸੋ ਵੀ ਆਰ ਨਾਟ ਵਰਕਿੰਗ ਔਨ ਦਾ ਕੌਜ਼, ਵੀ ਆਰ ਵਰਕਿੰਗ ਔਨ ਸਿੰਪਟਮ। ਸਤਿ ਸ਼੍ਰੀ ਅਕਾਲ, ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ। ਪੰਜਾਬ ਦੀ ਤਰਾਸਦੀ ਹੈ ਕਿ ਪੰਜਾਬ ਦੇ ਸਿਹਤ ਸੈਕਟਰ ਵੱਲ ਨਾ ਤਾਂ ਸਰਕਾਰਾਂ ਧਿਆਨ ਦੇ ਰਹੀਆਂ ਨੇ ਤੇ ਨਾ ਹੀ ਆਮ ਜਨਤਾ ਨੂੰ ਧਿਆਨ ਹੈ ਕਿ ਅਸੀਂ ਕੀ ਚੀਜ਼ਾਂ ਖਾ ਰਹੇ ਹਾਂ। ਡਾਕਟਰਸ ਕਹਿੰਦੇ ਨੇ, ਸਿਹਤ ਮਾਹਰ ਵੀ ਕਹਿੰਦੇ ਨੇ ਕਿ ਸਾਡਾ ਖਾਣ ਪੀਣ ਜਿਹੜਾ ਉਹ ਅਜਿਹਾ ਹੋ ਚੁੱਕਿਆ ਜਿਸ ਦੇ ਕਰਕੇ ਇਹ ਬਿਮਾਰੀਆਂ ਘਟਣ ਦੀ ਬਜਾਏ ਹਰ ਰੋਜ਼ ਹੀ ਵੱਧ ਰਹੀਆਂ ਨੇ। ਨਾਲ ਦੀ ਨਾਲ ਇੱਕ ਹੋਰ ਨਵੀਂ ਚੀਜ਼ ਜਿਹੜੀ ਹੈ ਉਹ ਸਾਡੇ ਸਮਾਜ ਦੇ ਵਿੱਚ ਆ ਗਈ ਹੈ। ਅਸੀਂ ਆਨਲਾਈਨ ਜੇ ਇਸ ਤਰੀਕੇ ਦੇ ਪ੍ਰੋਡਕਟ ਖਰੀਦ ਰਹੇ ਹਾਂ ਜਿਹੜੇ ਸਾਨੂੰ ਆਰਗੈਨਿਕ ਕਹਿ ਕੇ ਵੇਚੇ ਜਾ ਰਹੇ ਨੇ, ਪਰ ਫਿਰ ਵੀ ਅਸੀਂ ਆਰਗੈਨਿਕ ਕਹਿ ਕੇ ਵੀ ਉਹ ਇੱਕ ਤਰੀਕੇ ਦੀ ਜ਼ਹਿਰ ਜਿਹੜੀ ਆ ਉਹੀ ਲੈ ਰਹੇ ਹਾਂ। ਤਾਂ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਜਿਹੜੇ ਨੇ ਅੱਜ ਉਹ ਤੁਹਾਨੂੰ ਦੇਣ ਜਾ ਰਹੇ ਹਾਂ। ਸਾਡੇ ਨਾਲ ਇੱਕ ਖਾਸ ਸ਼ਖਸ ਮੌਜੂਦ ਹੈ ਜਿਨ੍ਹਾਂ ਦਾ ਨਾਮ ਹੈ ਅਨੁਰਾਗ ਅਰੋੜਾ। ਅਨੁਰਾਗ ਅਰੋੜਾ ਦੇ ਵੱਲੋਂ ਇੱਕ ਰੈਵੋਲੂਸ਼ਨ ਜਿਹੜਾ ਉਹ ਲਿਆਂਦਾ ਗਿਆ, ਕਿਉਂਕਿ ਸਿਰਫ ਦਾਅਵਾ ਨਹੀਂ ਕੀਤਾ ਗਿਆ ਕਿ ਅਸੀਂ ਆਰਗੈਨਿਕ ਪ੍ਰੋਡਕਟ ਜਿਹੜੇ ਉਹ ਵੇਚ ਰਹੇ ਹਾਂ, ਜਦ ਕਿ ਵੇਚੇ ਵੀ ਗਏ ਨੇ ਤੇ ਆਮ ਲੋਕਾਂ ਦੇ ਉੱਤੇ ਉਸਦਾ ਇੰਪੈਕਟ ਵੀ ਹੋਇਆ, ਆਮ ਲੋਕਾਂ ਨੂੰ ਉਸਦਾ ਪੂਰਾ ਰਿਜ਼ਲਟ ਵੀ ਮਿਲਿਆ। ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਕਿ ਪੂਰਾ ਪ੍ਰੋਜੈਕਟ ਕੀ ਸੀ, ਕਿਵੇਂ ਉਹਨਾਂ ਦੇ ਵੱਲੋਂ ਲਿਆਂਦਾ ਗਿਆ। ਇਸ ਸਮੇਂ ਉਹਨਾਂ ਦੇ ਹੀ ਉਸ ਪ੍ਰੋਜੈਕਟ ਦੇ ਉੱਤੇ ਅਸੀਂ ਪਹੁੰਚੇ ਹੋਏ ਹਾਂ। ਮਿੰਕ ਆਰਗੈਨਿਕਸ ਇਹਦਾ ਨਾਮ ਹੈ ਜਿੱਥੇ ਅਸੀਂ ਖੜੇ ਹੋਏ ਹਾਂ ਇਸ ਸਮੇਂ, ਤੇ ਅਨੁਰਾਗ ਸਰ ਸਾਡੇ ਨਾਲ ਨੇ। ਅਨੁਰਾਗ ਜੀ, ਸਭ ਨੂੰ ਪਤਾ ਹੈ ਕਿ ਰੈਵੋਲੂਸ਼ਨ ਤੁਸੀਂ ਲੈ ਕੇ ਆਏ ਹੋ। ਕੈਮੀਕਲ ਇੰਜੀਨੀਅਰ ਮੁੰਡਾ ਜਿਹੜਾ ਯੂਨੀਵਰਸਿਟੀ ਪੜ੍ਹਿਆ ਸੀ, ਜੌਬ ਵਧੀਆ ਮਿਲ ਗਈ ਸੀ, ਫਿਰ ਉਹਨੇ ਆ ਪੂਰਾ ਸੈਟਅਪ ਤਿਆਰ ਕਰ ਲਿਆ, ਏਮ ਰੱਖਿਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਨਾ। ਮੈਂ ਇਸ ਚੀਜ਼ 'ਚ ਨਹੀਂ ਆਉਣਾ ਕਿ ਕਿਵੇਂ ਸ਼ੁਰੂ ਕੀਤਾ ਜਾਂ ਕੀ ਹੋਇਆ, ਮੈਂ ਸਿਰਫ ਇਹ ਜਾਣਨਾ ਹੈ ਕਿ ਕੀ ਰਿਸਪੌਂਸ ਮਿਲ ਰਿਹਾ ਤੁਹਾਨੂੰ। ਲੱਗ ਰਿਹਾ ਹੈ ਕਿ ਰੈਵੋਲੂਸ਼ਨ ਜਿਹੜਾ, ਜਿਵੇਂ ਮੈਂ ਗੱਲ ਕੀਤੀ ਵੀ ਰੈਵੋਲੂਸ਼ਨ ਆਇਆ, ਉਹ ਆ ਰਿਹਾ ਤੁਹਾਡੇ ਇਸ ਪ੍ਰੋਜੈਕਟ ਦੇ ਨਾਲ? ਐਬਸੋਲੂਟਲੀ ਜੀ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਹੈ। ਮੈਂ ਤੁਹਾਨੂੰ ਦੱਸਦਾ ਕਿਸ ਲੈਵਲ ਤੇ ਆ ਰਿਹਾ ਹੈਗਾ, ਕਿਸ ਏਜ ਗਰੁੱਪ ਤੇ ਆ ਰਿਹਾ ਤੇ ਕਿਵੇਂ ਆ ਰਿਹਾ। ਮੈਂ ਥੋੜਾ ਤੁਹਾਨੂੰ 2 ਮਿੰਟ ਦੱਸਾਂਗਾ। ਸਾਡੇ ਕੋਲ ਇਸ ਟਾਈਮ ਤੇ ਜਿਹੜੇ ਲੋਕ ਆਉਂਦੇ ਹੈਗੇ ਨੇ, ਜ਼ਰੂਰੀ ਨਹੀਂ ਹੈ ਕਿ ਸਿਰਫ ਸਾਡੇ ਕੋਲ ਜਿਹੜੇ ਉਹ ਲੋਕ ਆ ਰਹੇ ਨੇ ਜਿਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ, ਬਟ ਉਹ ਵੀ ਲੋਕ ਆ ਰਹੇ ਨੇ ਜਿਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਵੀ ਹੈਗੀ। ਕਿਉਂ? ਇੱਕ ਤਾਂ ਅਵੇਅਰਨੈਸ ਹੈਗੀ ਲੋਕਾਂ 'ਚ। ਸੈਕੰਡਲੀ, ਜੇ ਆਪਾਂ ਇੰਪੈਕਟ ਦੀ ਗੱਲ ਕਰੀਏ, ਲੋਕਾਂ ਨੂੰ ਬੇਸਿਕ ਐਸਿਡਿਟੀ, ਬੀਪੀ, ਸ਼ੂਗਰ, ਜੋ ਕਿ ਬਹੁਤ ਆਮ ਬਿਮਾਰੀਆਂ ਵੀ ਨੇ, ਪਰ ਇਹ ਅੱਗੇ ਹੋਰ ਬਿਮਾਰੀਆਂ ਨੂੰ ਵੀ ਇਨਵਾਈਟ ਕਰਦੇ ਹੈਗੇ ਨੇ। ਸੋ ਇਹ ਸਾਡੇ ਕੋਲ ਕਲੀਅਰ ਕੱਟ ਕੇਸਿਸ ਹੈਗੇ ਨੇ ਜਿਹੜੇ ਠੀਕ ਹੋਏ ਨੇ। ਡਾਇਬਟੀਜ਼ ਵਾਲੇ ਲੋਕ ਜਿਹੜੇ ਆਉਂਦੇ ਸੀਗੇ ਉਹਨਾਂ ਨੂੰ ਬਹੁਤ ਅੱਛਾ ਇੰਪੈਕਟ ਮਿਲਿਆ। ਗੈਸਟ੍ਰਿਕ ਇਸ਼ੂਜ਼, ਜਿਹਨਾਂ ਨੂੰ ਸਟਮਕ ਦੇ ਰਿਲੇਟਡ, ਡਾਈਜੈਸ਼ਨ ਦੇ ਰਿਲੇਟਡ ਪ੍ਰੋਬਲਮ ਸੀ, ਉਹਨਾਂ ਨੂੰ ਬਹੁਤ ਅੱਛਾ ਇੰਪੈਕਟ ਮਿਲਿਆ। ਜਿਹੜੇ, ਕਿਉਂਕਿ ਜਦੋਂ ਮੈਂ ਇਸ ਨੂੰ ਸ਼ੁਰੂ ਕੀਤਾ ਸੀ ਮੈਂ ਇਹਦੇ ਬਾਰੇ ਪੜ੍ਹਿਆ ਕਾਫੀ, ਬਿਕੋਜ਼ ਮੇਰਾ ਇਹ ਬੈਕਗਰਾਊਂਡ ਇਹ ਨਹੀਂ ਸੀਗਾ, ਸੋ ਮੈਨੂੰ ਜ਼ਿਆਦਾ ਇਸ ਬਾਰੇ ਪੜ੍ਹਨਾ ਪਿਆ। ਇੰਟਰਸਟ ਸੀਗਾ ਤਾਂ ਮੈਂ ਕਾਫੀ ਇਹਦੇ ਉੱਪਰ ਡਿਟੇਲ 'ਚ ਪੜ੍ਹਿਆ। ਸੋ ਮੈਂ ਜੋ ਸੋਚਿਆ ਸੀ ਉਸ ਤੋਂ ਬਹੁਤ ਵੱਡਾ ਇੰਪੈਕਟ ਇਹਨਾਂ ਚੀਜ਼ਾਂ ਦਾ। ਇਸੇ ਕਰਕੇ ਜਦੋਂ ਅਸੀਂ ਵੀਟਕਾਸਟ ਤੋਂ ਸ਼ੁਰੂ ਕੀਤਾ, ਫਿਰ ਮੈਂ ਹੋਰ ਕਰਦਾ ਹੋਰ ਬਹੁਤ ਚੀਜ਼ਾਂ 'ਚ ਆ ਗਿਆ। ਮੈਂ ਤੁਹਾਨੂੰ ਇੱਕ ਬੇਸਿਕ ਜੀ ਗੱਲ ਦੱਸਦਾ, ਮੇਰੇ ਕੋਲ ਇੱਥੇ ਫੀਡਬੈਕ ਬੁੱਕ ਭਰੀ ਪਈ ਹੈਗੀ ਹੈ ਜਿੱਥੇ ਲੋਕਾਂ ਨੇ ਥੈਂਕ ਯੂ ਲਿਖਿਆ ਹੋਇਆ ਹੈਗਾ। ਕਿਸੇ ਦੀ PCOD ਲੇਡੀਜ਼ ਦੀ ਠੀਕ ਹੋ ਗਈ, ਕਿਸੇ ਦਾ ਕੈਂਸਰ ਠੀਕ ਹੋ ਗਿਆ, ਕਿਸੇ ਨੂੰ ਬਲੱਡ ਟ੍ਰਾਂਸਫਿਊਜ਼ਨਸ ਹੁੰਦੇ ਸੀ, ਹੀਮੋਗਲੋਬਿਨ ਘੱਟ ਹੁੰਦਾ ਸੀਗਾ, 4 ਹੁੰਦਾ ਸੀਗਾ ਤੇ 11 ਹੋ ਗਿਆ। ਮੇਰੇ ਕੋਲ ਰਿਪੋਰਟਸ ਪਈਆਂ ਨੇ। ਸਾਡੀ ਥੋੜੀ ਜੀ ਕਮੀ ਇਹ ਹੈਗੀ ਹੈ ਬਿਕੋਜ਼ ਆਈ ਐਮ ਨਾਟ ਫਰਮ ਰਿਸਰਚ ਸੈਕਟਰ, ਇਸ ਕਰਕੇ ਸਾਡੇ ਕੋਲ ਰਿਸਰਚਸ ਨਹੀਂ ਹੋ ਪਾ ਰਹੀਆਂ। ਉਹਦੇ ਵਾਸਤੇ ਵੀ ਆਰ ਟਰਾਈਂਗ। ਅਗਲਾ ਸਾਡਾ ਸਟੈਪ ਰਿਸਰਚ ਹੀ ਹੈਗਾ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਲੋਕ ਆ ਕੇ ਠੀਕ ਹੋਏ ਆ, ਸਾਨੂੰ ਪਤਾ ਉਹਨਾਂ ਨੂੰ ਅਸੀਂ ਕੀ ਦਿੱਤਾ ਹੈਗਾ, ਐਂਡ ਵੀ ਵਿਲ ਵਰਕ ਔਨ ਰਿਸਰਚ। ਇਹਨਾਂ ਚੀਜ਼ਾਂ ਤੇ ਰਿਸਰਚ ਨਾ ਹੋਣ ਕਰਕੇ ਹੀ ਇਹਨਾਂ ਚੀਜ਼ਾਂ ਨੂੰ ਮਹੱਤਵਤਾ ਨਹੀਂ ਮਿਲ ਪਾ ਰਹੀ। ਜੀ ਜੀ ਜੀ।
ਉੱਥੋਂ ਸ਼ੁਰੂ ਕਰਕੇ ਫਿਰ ਅਸੀਂ ਹੁਣ ਪੂਰੀ ਹਰਬਲ ਨਰਸਰੀ ਸਾਡੇ ਕੋਲ ਹੈਗੀ ਹੈ ਇਸ ਟਾਈਮ ਤੇ। ਜਿਹੜਾ ਤੁਹਾਡੇ ਪਿੱਛੇ ਪੌਦਾ ਹੈਗਾ ਇਹ ਇਨਸੂਲਿਨ ਦਾ ਪੌਦਾ ਹੈ। ਇਹ ਇਹਦਾ ਜਿਹੜਾ ਟੈਕਨੀਕਲ ਨੇ, ਮੈਂ ਇਹਦੇ ਬਾਰੇ ਬਹੁਤ ਜਾਗਰੂਕਤਾ ਮੈਂ ਫੈਲਾਉਣਾ। ਉਹੀ ਚਾਹੂੰਗੀ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਪੀਸੀਓਡੀਜ਼ ਦੀ ਪ੍ਰੋਬਲਮਸ ਹੁੰਦੀਆਂ ਨੇ ਲੇਡੀਜ਼ ਨੂੰ, ਉਹ ਸਾਰੀਆਂ ਵੀ ਇਹਨਾਂ ਦੇ ਵੱਲੋਂ ਠੀਕ ਕੀਤੀਆਂ ਜਾ ਰਹੀਆਂ ਨੇ। ਕਿਵੇਂ ਠੀਕ ਕੀਤੀਆਂ ਜਾ ਰਹੀਆਂ ਉਹ ਪੂਰਾ ਚੀਜ਼ ਤੁਹਾਨੂੰ ਸਮਝਾਉਣ ਦੀ ਹੁਣ ਕੋਸ਼ਿਸ਼ ਕਰਦੇ ਹਾਂ। ਇੱਥੋਂ ਹੀ ਸ਼ੁਰੂ ਕਰਦੇ ਹਾਂ। ਨਰਸਰੀ ਦੇ ਵਿੱਚ ਅਸੀਂ ਹੈਗੇ ਹਾਂ, ਕਿਹੜੀਆਂ ਚੀਜ਼ਾਂ ਇੱਥੇ ਨੇ, ਕਿਹੜੇ ਪਲਾਂਟਸ ਇੱਥੇ ਨੇ, ਉਹ ਤੁਸੀਂ ਨਾਲ ਦੀ ਨਾਲ ਦੱਸਦੇ ਜਾਇਓ ਤੇ ਨਾਲ ਦੇ ਨਾਲ ਇਹ ਵੀ ਦੱਸਦੇ ਜਾਇਓ ਕਿ ਮਿਹਨਤ ਕਿੰਨੀ ਕੁ ਲੱਗਦੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਥੇ ਫਿਰ ਪ੍ਰੋਵਾਈਡ ਕਰਵਾ ਰਹੇ ਹੋ। ਜੀ ਜ਼ਰੂਰ। ਜਿਵੇਂ ਇਹ ਇਨਸੂਲਿਨ ਦਾ ਪਲਾਂਟ ਹੈਗਾ। ਹੁਣ ਇਨਸੂਲਿਨ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ, ਇਨਸੂਲਿਨ ਇਜ਼ ਬੇਸਿਕਲੀ ਜਿਹੜੀ ਸਕਰੀਟ ਕਰਦਾ, ਸਾਡਾ ਪੈਨਕ੍ਰੀਆਸ ਸਕਰੀਟ ਕਰਦੇ ਨੇ, ਜਿਹਦੇ ਨਾਲ ਸਾਡੀ ਬਾਡੀ ਨੂੰ ਪਤਾ ਲੱਗਦਾ ਕਿ ਸ਼ੂਗਰ ਨੂੰ ਕਿਵੇਂ ਯੂਜ਼ ਕਰਨਾ ਹੈਗਾ। ਜੇ ਉਹ ਨਾ ਹੋਵੇ ਤਾਂ ਬਾਡੀ ਦੇ ਬਲੱਡ ਦੇ ਵਿੱਚ ਸ਼ੂਗਰ ਇਕੱਠੀ ਹੁੰਦੀ ਰਹਿੰਦੀ, ਉਹਦੀ ਯੂਜ਼ੇਜ ਉਹਨੂੰ ਆਪਾਂ ਗਲੂਕੋਜ਼ ਫਾਰਮ ਦੇ ਵਿੱਚ ਜਾਂ ਗਲਾਈਕੋਜਨ ਫਾਰਮ ਦੇ ਵਿੱਚ ਨਹੀਂ ਕਨਵਰਟ ਕਰ ਪਾਉਂਦੇ। ਇਹ ਜਿਹੜਾ ਪਲਾਂਟ ਹੈਗਾ ਇਹ ਬੇਸਿਕਲੀ ਇਨਸੂਲਿਨ ਦੀ ਪ੍ਰੋਡਕਸ਼ਨ ਵਧਾਉਂਦਾ ਹੈਗਾ। ਇੰਨਾ ਕਿ ਜਿਹੜੇ ਬੰਦਿਆਂ ਨੂੰ 30 ਯੂਨਿਟ ਤੱਕ ਇੰਜੈਕਸ਼ਨ ਲੱਗ ਰਹੇ ਹੈਗੇ ਇਨਸੂਲਿਨ ਦੇ, ਉਹਨਾਂ ਵਾਸਤੇ ਵੀ ਇਹ ਕਾਰਗਰ ਹੈ। ਤੇ ਜੋ ਤੁਸੀਂ ਗੱਲ ਕੀਤੀ ਇੱਥੇ ਕਿੰਨੀ ਮਿਹਨਤ ਲੱਗਦੀ ਹੈ, ਇੱਥੇ ਕੋਈ ਮਿਹਨਤ ਨਹੀਂ ਲੱਗਦੀ ਮੈਮ। ਨੇਚਰ ਸਾਨੂੰ ਇੰਨਾ ਕੁਝ ਦਿੰਦੀ ਹੈ, ਅਸੀਂ ਸਿਰਫ ਉਹਨੂੰ ਖਰਾਬ ਹੀ ਕਰ ਰਹੇ ਹਾਂ, ਉਹਦਾ ਫਾਇਦਾ ਨਹੀਂ ਚੱਕ ਪਾ ਰਹੇ ਹੈਗੇ। ਹੁਣ ਜਿਹੜਾ ਇਹ ਪੱਤਾ ਹੈਗਾ, ਜੇ ਇਹ ਪੱਤਾ ਮੈਂ ਇੱਥੋਂ ਤੋੜਿਆ ਹੈਗਾ, ਇਹ ਪੱਤੇ ਨੂੰ ਜੇ ਮੈਂ ਖਾਵਾਂ, ਇਟਸ ਵੈਰੀ ਟੇਸਟੀ ਤੇ ਨਾਲ ਇਹ ਮੇਰੀ ਬਾਡੀ ਨੂੰ ਬੈਲੈਂਸ ਆਊਟ ਕਰੇਗਾ। ਇਹ ਇੱਕ ਪੱਤਾ ਸਾਈਜ਼ ਦੇ ਮੁਤਾਬਿਕ ਦੇਖ ਕੇ, ਜੇ ਬੰਦੇ ਨੂੰ ਜਿਵੇਂ 10 ਯੂਨਿਟ ਜਿਹੜੀ ਇਨਸੂਲਿਨ ਹੁੰਦੀ ਹੈ ਉਹ ਇੱਕ ਪੱਤੇ ਦੇ ਬਰਾਬਰ ਮੋਟਾ-ਮੋਟਾ ਅਸੀਂ ਕਹਿ ਸਕਦੇ ਹਾਂ, ਬਟ ਉਹ ਵੀ ਸਾਈਜ਼ ਦੇ ਮੁਤਾਬਿਕ ਹੁੰਦਾ ਹੈ, ਬਾਡੀ ਦੀ ਰਿਸੈਪਟਿੰਗ ਦੇ ਮੁਤਾਬਿਕ ਹੁੰਦਾ ਹੈ। ਜਦੋਂ ਬੰਦਾ ਇੱਕ ਵਾਰ ਲੈਂਦਾ ਉਹਨੂੰ ਉਸ ਤੋਂ ਬਾਅਦ ਆਈਡੀਆ ਹੁੰਦਾ ਕਿ ਅੱਛਾ ਹਾਂ ਇਹਦੇ ਨਾਲ ਮੇਰੀ ਬਲੱਡ ਸ਼ੂਗਰ ਲੈਵਲ ਇੰਨੀ ਘਟੀ, ਉਹਦੇ ਨਾਲ ਪਤਾ ਲੱਗ ਜਾਂਦਾ ਹੈ। ਕਿਉਂਕਿ ਇਹ ਨੈਚੁਰਲ ਚੀਜ਼ਾਂ ਨੇ, ਇਹਨਾਂ ਨੇ ਬਾਡੀ ਦੇ ਮੁਤਾਬਿਕ ਕੰਮ ਕਰਨਾ ਹੈ, ਇਹ ਦਵਾਈਆਂ ਨਹੀਂ ਹੈਗੀਆਂ। ਜਿਵੇਂ ਇੱਕ ਇਹ ਪੂਰਾ ਇੱਕ ਪਲਾਂਟ ਹੈ ਹਨਾ, ਜੇ ਕਿਸੇ ਨੇ ਆਪਣੇ ਘਰੇ ਸੈਟਅਪ ਕਰਨਾ ਹੋਵੇ, ਮੰਨ ਲਓ ਮੈਂ ਡਾਇਬਟੀਜ਼ ਦੀ ਪੇਸ਼ੈਂਟ ਹੋਵਾਂ ਤੇ ਮੈਂ ਚਾਹਾਂ ਕਿ ਮੈਂ ਆਪਣੇ ਘਰੇ ਲੈ ਕੇ ਜਾਣਾ ਹੈ, ਮੈਂ ਲਗਾਉਣਾ ਹੈ, ਤੇ ਕੀ ਪੂਰਾ ਪ੍ਰੋਸੈਸ ਰਹੂਗਾ, ਕਿੰਨੇ ਕੁ ਦਾ ਮੈਨੂੰ ਮਿਲੂਗਾ, ਕਦੋਂ ਵਧਣਾ ਸ਼ੁਰੂ ਹੋ ਜਾਊਗਾ ਤੇ ਕਦੋਂ ਮੈਨੂੰ ਯੂਜ਼ ਕਰ ਸਕਦੇ? ਤੁਸੀਂ ਮੇਰੇ ਤੋਂ ਇੱਕ ਮਦਰ ਪਲਾਂਟ ਲੈ ਜਾਓ, ਸਾਡੇ ਮਦਰ ਸਾਈਜ਼ ਦੇ ਮੁਤਾਬਿਕ ਹੁੰਦਾ ਹੈਗਾ 30 40 50 ਰੁਪਏ ਤੋਂ ਲੈ ਕੇ ਸਾਡਾ 250 300। ਜਿਵੇਂ ਹੁਣ ਪੌਦਾ ਕਾਫੀ ਵੱਡਾ ਤੇ ਸਾਡੀ ਕਾਫੀ ਮਿਹਨਤ ਹੋਈ ਹੋਈ ਹੈ, ਇਹਦਾ ਨੈਚੁਰਲੀ ਕਾਸਟ ਜ਼ਿਆਦਾ ਹੁੰਦੀ ਹੈ, ਬੇਸਿਕਲੀ ਲੇਬਰ ਕਾਸਟ ਹੀ ਹੁੰਦੀ ਹੈ। ਤੇ ਇਹ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੋਰਿੰਗਾ ਓਲੀਫੇਰਾ। ਮੋਰਿੰਗਾ ਬਾਰੇ ਬਹੁਤ ਲੋਕ ਜਾਗਰੂਕ ਵੀ ਹੈਗੇ ਨੇ, ਕਿਉਂਕਿ ਮੋਰਿੰਗਾ ਦੇ ਬਹੁਤ ਸਾਰੇ ਪ੍ਰੋਡਕਟ ਬਣ ਚੁੱਕੇ ਨੇ ਆਲਰੇਡੀ। ਮੋਰਿੰਗਾ ਇਜ਼ ਬੇਸਿਕਲੀ ਸੁਹਾਂਜਣਾ, ਸੁਹਾਂਜਨ, ਸਹਿਜਨ, ਬੜੇ ਨਾਮ ਹੈ, ਡਰਮਸਟਿਕ ਵੀ ਤੁਸੀਂ ਸੁਣਿਆ ਹੋਵੇਗਾ ਜ਼ਰੂਰ। ਸੋ ਇਹ ਜਿਹੜੇ ਪਲਾਂਟ ਹੈ, ਦਿਸ ਇਜ਼ ਬੇਸਿਕਲੀ ਨਿਊਟ੍ਰੀਸ਼ਨ ਪਾਵਰ ਹਾਊਸ। ਇਹਦੇ ਵਿੱਚ ਦੁੱਧ ਨਾਲੋਂ ਵੱਧ ਕੈਲਸ਼ੀਅਮ, ਗਾਜਰ ਨਾਲੋਂ ਵੱਧ ਵਿਟਾਮਿਨ ਏ ਤੇ ਬਨਾਨਾ ਨਾਲੋਂ ਵੱਧ ਮੈਗਨੀਸ਼ੀਅਮ, ਪੋਟਾਸ਼ੀਅਮ, ਮਤਲਬ ਇੰਨੇ ਇਹਦੇ ਵਿੱਚ ਕੰਪੋਨੈਂਟਸ ਹੁੰਦੇ ਨੇ ਕਿ ਸੋਚ ਨਹੀਂ ਸਕਦੇ। ਹੁਣ ਜਿਹੜੀ ਸਰਕਾਰਾਂ ਨੂੰ ਇਸ ਚੀਜ਼ ਦਾ ਪਤਾ ਹੈ, ਬਿਹਾਰ ਯੂਪੀ ਵਗੈਰਾ ਸਾਈਡ ਤੇ, ਉੱਥੇ ਕਾਫੀ ਚੀਜ਼ਾਂ ਇਦਾਂ ਦੀਆਂ ਚੱਲਦੀਆਂ, ਉਹਨਾਂ ਨੂੰ ਪਤਾ ਸਾਡਾ ਹੈਲਥ ਕੇਅਰ ਸਿਸਟਮ ਦਾ ਬਹੁਤ ਬੁਰਾ ਹਾਲ ਹੈ। ਸੋ ਦੇ ਹੈਵ ਐਕਚੁਅਲੀ ਇੰਟਰੋਡਿਊਸਡ ਕਿ ਇਹ ਜਿਹੜਾ ਟਰੀ ਹੈਗਾ ਇਹਨੂੰ ਹਰ ਆਂਗਨ 'ਚ ਲਾਇਆ ਜਾਵੇ ਤੇ ਇਹਦੇ ਪੱਤੇ ਜਿਹੜੇ ਹੈ ਉਹ ਗਰਭਵਤੀ ਮਹਿਲਾਵਾਂ ਉਹ ਆਪਣੇ ਰੋਟੀ ਵਗੈਰਾ ਦੇ ਵਿੱਚ ਪਾ ਕੇ ਖਾਣ, ਸੋ ਦੈਟ ਉਹਨਾਂ ਦੀ ਜਿਹੜੀ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਹੈ ਉਹ ਪੂਰੀਆਂ ਹੋ ਸਕਣ। ਹੁਣ ਇਹ ਜਿਹੜਾ ਪਲਾਂਟ ਹੈਗਾ ਇਹ ਪੇੜ ਬਣ ਜਾਂਦਾ, ਇੰਨਾ ਵੱਡਾ ਪੇੜ ਤੁਸੀਂ ਸੋਚ ਵੀ ਨਹੀਂ ਸਕਦੇ। ਤੇ ਇਹਦੇ ਅਸੀਂ ਖਾਣਾ ਕੀ, ਇਹਦੇ ਪੱਤੇ ਵੀ ਇਹਦੇ ਕੰਮ ਦੇ, ਇਹਦੀ ਟਹਿਣੀਆਂ ਵੀ ਇਹਦੇ ਕੰਮ ਦੀਆਂ, ਇਹਦੇ ਜਿਹੜੇ ਡਰਮਸਟਿਕ ਫਲੀਆਂ ਲੱਗਦੀਆਂ ਉਹ ਵੀ ਕੰਮ ਦੀਆਂ, ਸਾਂਬਰ ਵਗੈਰਾ 'ਚ ਪੈਂਦੀਆਂ ਹੈਗੀਆਂ। ਸੋ ਦਿਸ ਇਜ਼ ਵਨ ਥਿੰਗ। ਤੇ ਹੋਰ ਮੈਨੂੰ ਲੜਨਾ ਪੈਂਦਾ ਜੀ ਲੋਕਾਂ ਨਾਲ ਕਿ ਇਹ ਲਾ ਲਓ ਕਰਿਓ, ਕਹਿੰਦੇ ਕੋਈ ਤੁਸੀਂ ਸਾਨੂੰ ਪਾਊਡਰ ਦੇ ਦਿਓ, ਤਾਂ ਅਸੀਂ ਬਾਰ-ਬਾਰ ਨਹੀਂ ਆ ਸਕਦੇ। ਹੁਣ ਦੇਖੋ ਆਪਣੀ ਹੈਲਥ ਵਾਸਤੇ ਤੁਸੀਂ ਜੇ ਇੱਕ ਘਰ ਆਪਣੇ ਘਰ ਤੋਂ ਉੱਠ ਕੇ ਇੱਥੇ ਤੱਕ ਨਹੀਂ ਜਾ ਸਕਦੇ ਕਿ ਤੁਹਾਨੂੰ ਚਾਹੀਦਾ ਕਿ ਸਿਰਫ ਦਵਾਈਆਂ ਹੀ ਸਰਾਣੇ ਸਿਰ ਰਹਿ ਜਾਣ ਤੇ ਫਿਰ ਦਵਾਈਆਂ ਸਰਾਣੇ ਸਿਰ ਮਿਲਣਗੀਆਂ। ਦੇ ਆਰ ਗੈਟਿੰਗ ਵੀਕਰ। ਜੀ ਅਸੀਂ ਗੱਲਾਂ ਤਾਂ ਵੱਡੀਆਂ ਕਰ ਰਹੇ ਹਾਂ, ਚੰਦ ਤੇ ਮਾਰਸ ਤੇ ਪਹੁੰਚਣ ਦੀ ਗੱਲ ਕਰ ਰਹੇ ਹਾਂ, ਅੰਦਰੋਂ ਸਾਡੇ ਸਰੀਰ ਖੋਖਲੇ ਹੋਈ ਜਾ ਰਹੇ ਨੇ। ਬਿਲਕੁਲ ਦੈਟ ਇਜ਼ ਨਾਟ ਰਿਕੁਆਇਰਡ। ਫਿਰ ਜੇ ਆਪਾਂ ਜਿਵੇਂ ਬਾਕੀ ਸਾਰੇ ਪਲਾਂਟਸ ਵੀ ਜਿਹੜੇ ਲੱਗੇ ਹੋਏ ਨੇ, ਮੈਂ ਚਾਹੂੰਗੀ ਇੱਕ ਵਾਰੀ ਤੁਸੀਂ ਬਰੀਫ ਦੇ ਵਿੱਚ ਸਾਰਾ ਜੇਕਰ ਸਮਝਾ ਸਕੋ। ਮੈਂ ਕੁਇਕਲੀ ਮੈਮ ਦੱਸ ਦਿੰਨਾ। ਜਿਵੇਂ ਕੈਂਫਰ ਹੈਗਾ, ਕਪੂਰ, ਕਪੂਰ ਬੇਸਿਕਲੀ 에ਅਰ ਨੂੰ ਪਿਉਰੀਫਾਈ ਕਰਦਾ ਹੈਗਾ। ਮੁਸ਼ਕ ਕਪੂਰ ਸਾਡੇ ਉਹਦੇ ਵਿੱਚ ਵੀ ਯੂਜ਼ ਹੁੰਦਾ ਹੈਗਾ। ਸੋ ਇਹ ਤੋਂ ਇਹਦਾ ਸੱਤ ਨਿਕਲਦਾ ਹੈਗਾ। ਇਹ ਤਾਂ ਬੇਸਿਕਲੀ ਸਬਜ਼ੀਆਂ ਦੇ ਪੌਦੇ ਹੋ ਗਏ, ਜ਼ੁਕੀਨੀ ਹੈ, ਟਮਾਟਰ, ਚੈਰੀ ਟਮਾਟੋ, ਤੁਸੀਂ ਘਰੇ ਸਬਜ਼ੀਆਂ ਲਾਓ, ਤੋੜ ਫਰੈਸ਼ ਖਾਓ, ਕਿਉਂਕਿ ਜਦੋਂ ਇੱਕ ਚੀਜ਼ ਟੁੱਟ ਜਾਂਦੀ ਹੈ ਉਹਦੇ ਨਾਲ ਦੇ ਨਾਲ ਡੀਕੰਪੋਜੀਸ਼ਨ ਵੀ ਸ਼ੁਰੂ ਹੋ ਜਾਂਦੀ ਹੈ। ਸੋ ਜਿੰਨੀ ਫਰੈਸ਼ ਹੋਏਗੀ ਉਹਨਾਂ ਨਿਊਟ੍ਰੀਸ਼ਨ ਜ਼ਿਆਦਾ ਹੋਏਗਾ। ਇਨਸੂਲਿਨ ਦਾ ਤੁਹਾਨੂੰ ਮੈਂ ਦਿਖਾਈ ਚੁੱਕਾ। ਉਸ ਤੋਂ ਬਾਅਦ ਸਾਡਾ ਜਿਹੜਾ ਇਲਾਇਚੀ ਹੋ ਗਈ, ਨਾਗ ਕੇਸਰ ਬੇਸਿਕਲੀ ਐਕਨੇ, ਆਇਲੀ ਸਕਿਨ ਵਾਸਤੇ ਬਹੁਤ ਅੱਛਾ ਹੁੰਦਾ ਹੈਗਾ। ਇਹਦਾ ਯੂਜ਼ੇਜ ਕੀ ਹੈ, ਕਿਸੇ ਦਾ ਕਾੜੇ ਵਾਂਗ ਯੂਜ਼ ਹੈ, ਕਿਸੇ ਦੀ ਪੇਸਟ ਬਣਾ ਕੇ ਤੁਸੀਂ ਯੂਜ਼ ਕਰ ਸਕਦੇ ਹੋ। ਯੂਜ਼ੇਜ ਬਾਰੇ ਅਸੀਂ ਸਮਝਾ ਸਕਦੇ ਹਾਂ, ਬਹੁਤ ਮਤਲਬ ਕੱਲੇ ਤੇ ਕਿਤਾਬ ਲਿਖੀ ਜਾ ਸਕਦੀ ਹੈ। ਸੋ ਪੱਥਰ ਚੱਟ ਬੇਸਿਕਲੀ ਜਿਹੜੀ ਕਿਡਨੀ ਸਟੋਨਸ ਹੁੰਦੇ ਨੇ, 8 ਤੋਂ ਲੈ ਕੇ 10-12 mm ਤੱਕ ਦਾ ਕਿਡਨੀ ਸਟੋਨ ਇਹਦੇ ਨਾਲ ਠੀਕ ਹੋ ਸਕਦਾ ਹੈ, ਐਂਡ ਹੁੰਦੇ ਵੀ ਹੈ। ਇਹਦਾ ਫਿਰ ਕਿਵੇਂ ਯੂਜ਼ ਕਰਨਾ ਪੱਥਰ ਚੱਟ ਦਾ? ਪੱਤੇ ਲੈ ਲਓ ਤੁਸੀਂ। ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਟੋਨਸ ਵਗੈਰਾ ਦੀ, ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ। ਮੈਂ ਤੁਹਾਨੂੰ ਉਹਦਾ ਵੀ ਰੀਜ਼ਨ ਦੱਸਾਂਗਾ ਕਿੱਥੋਂ ਆ ਰਿਹਾ ਉਹ, ਮੈਂ ਤੁਹਾਨੂੰ ਦੱਸਾਂਗਾ, ਮੈਨੂੰ ਯਾਦ ਕਰਾਇਓ। ਜੇ ਪੱਥਰ ਚੱਟ ਦੀ ਆਪਾਂ ਗੱਲ ਕਰੀਏ, ਤੁਸੀਂ 4-5 ਪੱਤੇ ਲਓ, ਇਹਨਾਂ ਨੂੰ ਕੁੱਟ ਲਓ, ਕੁੱਟ ਕੇ ਪਾਣੀ ਜਿਵੇਂ ਵਿੱਚ ਹੁੰਦਾ ਪਾਣੀ ਛਾਣ ਕੇ ਉਹ ਤੁਸੀਂ ਪਾਣੀ ਪੀਣਾ ਹੈਗਾ, ਸਵੇਰੇ ਪੀ ਲਓ ਖਾਲੀ ਪੇਟ।
8 ਤੋਂ 10 mm ਤੱਕ ਦਾ ਸਟੋਨ ਇੱਕ ਹੋਰ ਖਾਰ ਸਕਦਾ ਹੈਗਾ। ਸੋ ਜੇ ਆਪਾਂ ਗੱਲ ਕਰੀਏ, ਲੋਕੀ ਕਈ ਵਾਰ ਕਨਫਿਊਜ਼ ਹੋ ਜਾਂਦੇ, ਮੇਰੇ ਕੋਲ ਆਉਂਦੇ ਨੇ ਕਿ ਤੁਸੀਂ ਜਿਹੜੀ ਆਪਣੀ ਗੋਲ ਬਲੈਡਰ ਸਟੋਨ ਹੁੰਦਾ, ਜਿਹਨੂੰ ਆਪਾਂ ਪਿੱਤੇ ਦੀ ਪੱਥਰੀ ਕਹਿੰਦੇ, ਉਹਦੇ ਵਾਸਤੇ ਇੰਨਾ ਵਰਕਆਊਟ ਨਹੀਂ ਕਰਦਾ ਹੈਗਾ, ਕਿਉਂਕਿ ਇਹਦਾ ਜਿਹੜਾ ਡਾਈਜੈਸ਼ਨ ਦਾ ਸਿਸਟਮ ਹੈਗਾ ਉਹ ਅਲੱਗ ਹੈਗਾ। ਸੋ ਉਹਦੇ ਵਾਸਤੇ ਮੂਲੀ, ਜਿਹੜੀ ਆਪਣੀ ਨਾਰਮਲ ਮੂਲੀ ਹੁੰਦੀ, ਉਹਦਾ ਜੂਸ ਬਹੁਤ ਬੈਨੀਫੀਸ਼ੀਅਲ ਹੁੰਦਾ ਹੈ। ਮਤਲਬ ਬਿਮਾਰੀਆਂ ਦੇ ਲਈ ਤੁਹਾਨੂੰ ਦਵਾਈ ਲੈਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ, ਤੁਸੀਂ ਆਪਣੇ ਘਰ ਬੈਠੇ ਵੀ ਜੇਕਰ ਮਤਲਬ ਇੱਕ ਵਧੀਆ ਤਰੀਕੇ ਨਾਲ ਨੈਚੁਰਲ ਪ੍ਰੋਸੈਸ ਦੇ ਰਾਹੀਂ ਠੀਕ ਹੋਣਾ ਚਾਹੁੰਦਾ ਤਾਂ ਤੁਸੀਂ ਠੀਕ ਹੋ ਸਕਦੇ ਹੋ। ਮੈਂ ਨਵਜੋਤ ਮੈਡਮ ਇੱਕ ਗੱਲ ਦੱਸਣਾ ਤੁਹਾਨੂੰ, ਮੈਂ ਜਿਹੜੀ ਦਵਾਈ ਤੁਹਾਨੂੰ ਰੋਜ਼ ਲੈਣੀ ਪੈ ਰਹੀ ਹੈ ਤੇ ਤੁਸੀਂ ਲਾਸਟ 10 ਸਾਲ ਤੋਂ 20 ਸਾਲ ਤੋਂ ਲੈ ਰਹੇ ਹੋ, ਉਹ ਦਵਾਈ ਥੋੜੀ, ਉਹ ਤਾਂ ਨਸ਼ਾ ਹੈ ਜੀ। ਉਹਦੇ ਨਾਲ ਤਾਂ ਤੁਸੀਂ ਅੰਦਰ ਦਾ ਆਪਣਾ ਸਿਸਟਮ ਖਰਾਬ ਕਰ ਲਿਆ। ਤੁਸੀਂ ਹੁਣ ਤੁਹਾਨੂੰ ਦਰਦ ਹੋ ਰਹੀ ਹੈ ਇੱਥੇ ਸਪੋਜ਼ ਕਰੋ ਮੈਂ ਇੱਕ ਉਂਗਲ ਦਬਾ ਕੇ ਰੱਖੀ ਹੋ, ਇੱਥੇ ਮੈਨੂੰ ਦਰਦ ਹੋਣੀ ਸ਼ੁਰੂ ਹੋ ਗਈ, ਮੈਂ ਪੇਨ ਕਿਲਰ ਲੈ ਕੇ ਆਪਣੇ ਰਿਸੈਪਟਰ ਰੋਕਤੇ, ਮੈਂ ਦਵਾਈ ਰੱਖ ਰਿਹਾ ਇਹਨੂੰ, ਕਾਜ਼ ਤਾਂ ਇਹ ਸੀਗਾ, ਮੈਂ ਅੰਦਰੋਂ ਆਪਣੀ ਕੰਨ ਨੱਕ ਅੱਖ ਮੂੰਹ ਬੰਦ ਕਰ ਲਏ ਇਹਨੂੰ। ਸੋ ਵੀ ਆਰ ਨਾਟ ਵਰਕਿੰਗ ਔਨ ਦਾ ਕਾਜ਼, ਵੀ ਆਰ ਵਰਕਿੰਗ ਔਨ ਸਿੰਪਟਮ ਜੀ। ਮੈਂ ਡਾਕਟਰਸ ਦੀ ਦਵਾਈਆਂ ਦੀ ਬੜੀ ਇੱਜ਼ਤ ਕਰਦਾ ਹੈਗਾ, ਇਦਾਂ ਨਹੀਂ ਕਿ ਅਸੀਂ ਉਹਨਾਂ ਨੂੰ ਗਲਤ ਕਰਨੇ, ਉਹਨਾਂ ਨੇ ਬੜੇ ਮਾਰਤ ਹੈਗੇ ਜਿਹੜੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹੈਗੇ ਨੇ, ਬਟ ਉਹਨਾਂ ਦੇ ਉੱਪਰ ਵੀ ਲੋਡ ਘੱਟ ਹੋਣਾ ਚਾਹੀਦਾ ਨਾ। ਉਹਦੇ ਵਾਸਤੇ ਸਾਨੂੰ ਨੈਚੁਰਲੀ ਪਹਿਲਾਂ ਆਪਣੇ ਆਪ ਨੂੰ ਠੀਕ ਕਰਨਾ ਚਾਹੀਦਾ ਹੈਗਾ, ਅੱਛਾ ਖਾਣਾ ਖਾਣਾ ਚਾਹੀਦਾ। ਇੱਕ ਬੜਾ ਅੱਛਾ ਸਿਸਟਮ ਹੈ RBC, ਰॉ ਬਿਫੋਰ ਕੁਕਡ। ਕੱਚੀਆਂ ਚੀਜ਼ਾਂ ਕਿੰਨੀਆਂ ਖਾਂਦੇ ਅਸੀਂ, ਮਤਲਬ ਆਪਾਂ 4 ਜਣੇ ਤੇ ਖੜੇ ਆ ਮਿਨੀਮਮ, ਅਸੀਂ ਸਵੇਰੇ ਸ਼ੁਰੂ ਕਰਦੇ ਹਾਂ, ਜਾਂ ਬ੍ਰੈਡ ਹੁੰਦੀ, ਬ੍ਰੈਡ ਇਜ਼ ਕੁਕਡ, ਰੋਟੀ ਇਜ਼ ਕੁਕਡ, ਸਬਜ਼ੀ ਇਜ਼ ਕੁਕਡ, ਸਭ ਕੁਕਡ, ਪ੍ਰੋਸੈਸ ਜੂਸਿਸ ਆਰ ਕੁਕਡ, ਕਰਦੇ ਕਰਦੇ ਅਸੀਂ ਰਾਤ ਤੱਕ ਕੁਕਡ ਖਾਂਦੇ ਹੈਗੇ, ਜਦ ਕਿ ਬਾਡੀ ਸਾਡੀ ਰॉ ਹੈ, ਨੈਚੁਰਲ ਹੈ। ਸੋ ਇਹ ਚੀਜ਼ਾਂ ਨੇ ਮੈਮ। ਜੇ ਅਸੀਂ ਗੱਲ ਕਰੀਏ ਪੱਥਰ ਚੜ੍ਹਦੇ, ਤੁਸੀਂ ਪੁੱਛ ਰਹੇ ਸੀ, ਫਿਰ ਸ਼ਤਾਵਰ ਇਜ਼ ਵੈਰੀ ਗੁੱਡ ਫॉर ਲੇਡੀਜ਼, ਰਾਦਰ ਜਿਹੜੀ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨੇ, ਉਹਨਾਂ ਦੀ ਜਿਹਨਾਂ ਦੀ ਮਿਲਕ ਪ੍ਰੋਡਕਸ਼ਨ ਘਟੀ ਹੁੰਦੀ ਹੈ, ਜਾਂ ਜਿਹੜੇ ਉਹਨਾਂ ਨੂੰ ਕੋਈ ਇੰਟਰਨਲ ਇਸ਼ੂਜ਼ ਹੁੰਦੇ ਨੇ, ਜਾਂ ਐਸਟ੍ਰੋਜਨ ਪ੍ਰੋਜੈਸਟਰੋਨ ਰਿਲੇਟਡ ਇਸ਼ੂਜ਼ ਹੁੰਦੇ ਨੇ, ਸ਼ਤਾਵਰ ਇਜ਼ ਵੈਰੀ ਗੁੱਡ। ਰਾਦਰ ਜਿਹੜੇ ਤੁਹਾਡੇ ਐਲੋਪੈਥਿਕ ਡਾਕਟਰਸ ਵੀ ਨੇ, ਜਿਹੜੇ ਗਾਇਨੀ ਜ਼ਿਆਦਾਤਰ ਹੈਗੀਆਂ ਨੇ, ਜੇ ਉਹ ਤੁਹਾਨੂੰ ਆਫਟਰ ਡਿਲੀਵਰੀ ਵਗੈਰਾ ਕੋਈ ਦਵਾਈਆਂ ਰეკਮੈਂਡ ਕਰਦੇ ਨੇ, ਤਾਂ ਉਹਦੇ ਸ਼ਤਾਵਰ ਯੂ ਮਸਟ ਸੀ ਦਾ ਇੰਗਰੀਡੀਐਂਟਸ, ਸ਼ਤਾਵਰ ਜ਼ਰੂਰ ਹੋਏਗਾ ਉਹਨਾਂ ਦੇ ਵਿੱਚ। ਠੀਕ ਹੈ। ਤੋ ਇਹਦਾ ਵੀ ਸਾਡੇ ਕੋਲ ਪਲਾਂਟ ਹੁੰਦੇ ਹੈਗੇ ਨੇ। ਆਲ ਸਪਾਈਸ ਜਿਹੜਾ ਪਲਾਂਟ ਹੈਗਾ, ਇਹਦੇ 4 ਬੇਸਿਕਲੀ ਮਸਾਲਿਆਂ ਦਾ ਟੇਸਟ ਇੱਕ ਪੱਤੇ 'ਚ ਆਉਂਦਾ ਹੈਗਾ। ਠੀਕ ਹੈ। ਇਹ ਇਦਾਂ ਦਾ ਪਲਾਂਟ ਹੈਗਾ। ਫਿਰ ਸੋਨ ਪੱਤਾ ਇਜ਼ ਫॉर એનર્ਜੀ, ਵਾਈਟੈਲਿਟੀ, ਸਟਰੈਂਥ। ਅਜਵੈਨ ਜਿਹੜਾ ਹੁੰਦਾ ਹੈ, ਕੈਰਮ ਪਲਾਂਟ, ਇਹਦੇ ਲੀਵਸ ਨੂੰ ਡਰਾਈ ਕਰਕੇ ਔਰੀਗੈਨੋ ਵੀ ਬਣਦਾ ਹੈਗਾ। ਤੇਜ ਪੱਤਾ ਸਾਡੇ ਖਾਣੇ 'ਚ ਯੂਜ਼ ਹੁੰਦਾ ਹੈਗਾ। ਅਮਲਤਾਸ, ਬੇਜ਼ਲ, ਅੰਜੀਰ ਦੇ ਆਪਣੇ ਅੰਜੀਰ ਬੇਸਿਕਲੀ ਬਲੱਡ ਪ੍ਰੋਡਕਸ਼ਨ, ਜਿਹੜੀ ਹੀਮੋਗਲੋਬਿਨ ਵਗੈਰਾ ਉਹਨੂੰ ਠੀਕ ਕਰਦਾ ਹੈ। ਹਾਰ ਸ਼ਿੰਗਾਰ ਤਾਂ ਬਹੁਤ ਇਫੈਕਟਿਵ ਹੈ ਜੋੜਾਂ ਵਾਸਤੇ। ਜਿਵੇਂ ਆਰਥਰਾਈਟਿਸ ਮੈਂ ਲਿਖਿਆ ਹੋਇਆ, ਜੋੜਾਂ ਦੀ ਪੇਨ ਵਾਸਤੇ ਹਾਰ ਸ਼ਿੰਗਾਰ ਇਜ਼ ਵੈਰੀ ਗੁੱਡ। ਇਹਦਾ ਵੀ ਪੱਤਿਆਂ ਦਾ ਤੁਸੀਂ ਕਾੜਾ ਬਣਾ ਕੇ ਪੀਣਾ ਹੈਗਾ ਜੀ। ਤੁਸੀਂ ਹੁਣ ਜਿਵੇਂ ਇਹ ਸਾਰਾ ਤੁਸੀਂ ਮੈਨੂੰ ਦੱਸ ਰਹੇ ਹੋ ਹਨਾ, ਮੈਨੂੰ ਇਹ ਦੱਸੋ ਕਿ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਆਪ ਸਮਝਣ ਦੇ ਲਈ ਵੀ ਇਹ ਕਿਹੜਾ ਕਿਵੇਂ ਹੈਗਾ ਆ, ਕਿਹੜੇ ਪਲਾਂਟ ਦਾ ਕੀ ਇਫੈਕਟਸ ਨੇ, ਇਹ ਕਿਹੜਾ ਚੀਜ਼ ਲਈ ਵਧੀਆ ਹੈ, ਕਿੰਨੀ ਕੁ ਰਿਸਰਚ ਲੱਗੀ, ਜਿਹੜੀ ਕਿੰਨੇ ਸਾਲ ਲੱਗੇ ਰਿਸਰਚ ਹੀ ਕਰੇ। ਵੈਸੇ ਤਾਂ ਮੈਨੂੰ 4 ਸਾਲ ਹੋ ਗਏ, ਪਰ ਜਿਹੜਾ ਇੰਟਰਸਟ ਹੈ ਉਹ ਆਈ ਥਿੰਕ ਦੈਟ ਕੀਪਸ ਔਨ ਮਲਟੀਪਲਾਈਂਗ, ਕਿ ਉਹ ਹੋਰ ਦੇ ਹੋਰ ਵਧੀ ਜਾ ਰਿਹਾ ਮੇਰਾ ਇਹਨਾਂ ਚੀਜ਼ਾਂ ਦੇ ਵਿੱਚ। ਐਲੋਵੇਰਾ ਹੁਣ ਮੈਂ ਤੁਹਾਨੂੰ ਦੱਸਾਂ, ਮੇਰਾ ਰਿਸਰਚ ਸਿਰਫ ਪੜ੍ਹਾਈ ਦੇ ਬੇਸ ਤੇ ਨਹੀਂ ਹੈਗੀ। ਮੇਰੇ ਕੋਲ ਇੱਕ ਭਾਈ ਸਾਹਿਬ ਆਏ ਇੱਥੇ, ਵਾਟਰ ਵਰਕਸ 'ਚ ਕੰਮ ਕਰਦੇ ਨੇ, ਇਹ ਸਾਡ ਕੇ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ। ਉਹਨਾਂ ਨੇ ਆ ਕੇ ਹੱਗ ਕੀਤੀ ਮੈਨੂੰ, ਮੈਂ ਕਿਹਾ ਚਲੋ ਥੈਂਕ ਯੂ ਭਾਜੀ, ਤੁਸੀਂ ਆਏ ਹੋ, ਬੜਾ ਸਾਨੂੰ ਅੱਛਾ ਲੱਗਿਆ। ਉਹ ਕਹਿੰਦੇ ਮੇਰੇ ਬਾਬਾ ਜੀ ਐਲੋਵੇਰਾ ਖਾਂਦੇ ਸੀ ਹਫਤੇ 'ਚ 2 ਵਾਰੀ ਕੱਚਾ ਐਲੋਵੇਰਾ। ਨਹੀਂ, ਮੈਂ ਤੁਹਾਨੂੰ ਦੱਸਾਂਗਾ, ਤਰੀਕਾ ਵੀ ਦੱਸਾਂਗਾ, ਮੈਂ ਤੁਹਾਨੂੰ ਟੇਸਟ ਵੀ ਕਰਾਵਾਂਗਾ, ਸਾਡੇ ਆਪਣਾ ਤਰੀਕਾ ਦੇਣ ਦਾ। ਤੇ ਉਹ ਕਹਿੰਦੇ ਤੁਸੀਂ ਬਿਲਕੁਲ ਉਦਾਂ ਹੀ ਕਰ ਰਹੇ ਹੋ, ਸਬਜ਼ੀ ਵੀ ਬਣ ਜਾਂਦੀ ਹੈ ਇਹਦੀ। ਠੀਕ ਹੈ। ਸੋ ਉਹ ਕਹਿੰਦੇ ਕਿ ਜਿਹੜਾ ਐਲੋਵੇਰਾ ਹੈ, ਉਹ ਬਸ ਇੱਕ ਹੀ ਚੀਜ਼ ਸੀ ਜਿਹੜੀ ਕਾਮਨ ਰਹੀ ਹੈ, 110 ਸਾਲ ਦੇ ਜਾ ਕੇ ਪੂਰੇ ਹੋਏ ਨੇ। ਨਾ ਉਹਨਾਂ ਨੂੰ ਕੋਈ ਰੀੜ ਦੀ ਹੱਡੀ ਦੀ ਪ੍ਰੋਬਲਮ ਹੋਈ, ਨਾ ਉਹਨਾਂ ਨੂੰ ਕੋਈ ਜੁਆਇੰਟ ਦੀ ਪ੍ਰੋਬਲਮ ਹੋਈ, ਐਂਡ ਲਾਸਟ ਟਾਈਮ ਹੀ ਵਾਸ ਆਲਸੋ ਵਰਕਿੰਗ। ਤੁਸੀਂ ਦੇਖੋ 150 ਸਾਲ ਮੈਂ ਤੁਹਾਨੂੰ ਉਮਰ ਦੱਸੀ ਸੀਗੀ, ਇਹਨਾਂ ਚੀਜ਼ਾਂ ਨਾਲ ਬੰਦਾ 110 120 ਤੱਕ ਜਾ ਸਕਦਾ ਜੀ। ਤੇ ਅੱਜ ਕੱਲ ਕੀ ਹੋ ਰਿਹਾ ਸੀ, ਇਹਨਾਂ ਚੀਜ਼ਾਂ ਤੋਂ ਦੂਰ ਹੋਈ ਜਾ ਰਹੇ ਹਾਂ, ਲਾਈਫ ਐਕਸਪੈਕਟੈਂਸੀ ਘਟੀ ਜਾ ਰਹੀ। ਹੁਣ ਤੁਹਾਡੇ ਪਿੱਛੇ ਦੇਖੋ, ਇਹ ਜਿਹੜੀ ਬੇਲ ਲੱਗੀ ਹੋਈ ਹੈ, ਇਹ ਜਿਹੜੀ ਇਹ ਵਾਲੀ ਹੈਗੀ ਹੈ, ਇਹ ਗਲੋਏ ਹੈ। ਹੁਣ ਸਾਡੇ ਅਸੀਂ ਇਹਨੂੰ ਗਲੋਏ ਨੂੰ ਕਟਾ ਦਿੰਨੇ ਆ, ਅਸੀਂ ਕਹਿੰਦੇ ਯਾਰ ਐਵੇਂ ਬੇਲ ਚੜੀ ਜਾਂਦੀ ਹੈਗੀ ਹੈ, ਫੈਲੀ ਜਾ ਰਹੀ ਹੈ ਆਪਣੇ ਆਪ ਹੀ। ਗਲੋਏ ਦਾ ਤਾਂ ਇੰਨਾ ਬੈਨੀਫਿਟ ਹੈ, ਸੋਚ ਵੀ ਨਹੀਂ ਸਕਦੇ। ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ, ਹਰ ਬੰਦੇ ਨੂੰ ਗਲੋਏ ਦਾ ਕਾੜਾ ਪੀਣਾ ਚਾਹੀਦਾ, ਸਪੈਸ਼ਲੀ ਕੋਵਿਡ ਦੇ ਵਿੱਚ। ਇਹਨਾਂ ਚੀਜ਼ਾਂ ਦੇ ਨਾਲ ਹੀ ਲੋਕਾਂ ਨੇ ਆਪਣੀ ਇਮਿਊਨਿਟੀ ਨੂੰ ਸਟਰੋਂਗ ਕੀਤਾ ਹੈ। ਸਿਰਫ ਵੈਕਸੀਨ ਹੀ ਸੀ ਸਾਡੇ ਕੋਲ ਜਿਹੜੀ ਸੀਗੀ, ਉਸ ਤੋਂ ਇਲਾਵਾ ਤਾਂ ਕੋਈ ਦਵਾਈ ਸੀਗੀ ਨਹੀਂ। ਸੋ ਦੈਨ ਉਸ ਤੋਂ ਬਾਅਦ ਸਾਨੂੰ ਲੋਕੀ ਅੱਗੇ ਬਹੁਤ ਮਿਲੇ ਫॉर ਇਮਿਊਨਿਟੀ, ਐਂਡ ਉੱਥੇ ਹੀ ਪਤਾ ਲੱਗਿਆ ਕਿਹਦੀ ਇਮਿਊਨਿਟੀ ਚੰਗੀ, ਕਿਹਦੀ ਇਮਿਊਨਿਟੀ ਨਹੀਂ ਚੰਗੀ। ਤੇ ਜਿਹਦੀ ਇਮਿਊਨਿਟੀ ਚੰਗੀ ਸੀ, ਹੀ ਕੁਡ ਸਰਵਾਈਵ। ਐਂਡ ਵੀ ਹੈਵ ਜਿਹੜੇ ਕੋਵਿਡ ਤੋਂ ਬਾਅਦ ਵੀ ਲੋਕਾਂ ਨੂੰ ਪ੍ਰੋਬਲਮਸ ਆਈਆਂ, ਜਿਹੜੇ ਵੀਕ ਫੀਲ ਕਰਦੇ ਸੀਗੇ, ਜਾਂ ਜਿਹੜੇ ਵੈਕਸੀਨ ਤੋਂ ਬਾਅਦ ਵੀ ਜਿਹੜੇ ਵੀਕ ਫੀਲ ਕਰਦੇ ਸੀ, ਉਹਨਾਂ ਵਾਸਤੇ ਅਸੀਂ ਇੱਥੇ ਇਹਨਾਂ ਨੂੰ ਸਟਰੋਂਗ ਕਰਤਾ। ਹਫਤੇ 2 ਹਫ਼ਤਿਆਂ 'ਚ ਮੈਂ ਆਪਣਾ ਜੂਸਰ ਬਣਾਇਆ, ਰਿਸਰਚ ਵੀ ਕੀਤੀ, 1 ਮਹੀਨਾ ਲੱਗਾ ਮੈਨੂੰ ਆਪਣਾ ਜੂਸਰ ਬਣਾਉਣ 'ਚ ਵੀਟ ਗ੍ਰਾਸ ਵਾਸਤੇ। ਸੋ ਦੈਟਸ ਅ ਡਿਫਰੈਂਟ ਕਾਈਂਡ ਆਫ ਜੂਸਰ। ਹੌਲੀ ਹੌਲੀ ਕੋਲਡ ਪ੍ਰੈਸ ਜੂਸਰ ਹੈ ਸਟੀਲ 'ਚ, ਜਿਹਦੇ ਨਾਲ ਉਹਦੇ ਨਿਊਟ੍ਰੀਸ਼ਨ ਨਹੀਂ ਖਤਮ ਹੁੰਦੇ ਹੈਗੇ। ਬਾਕੀ ਫਿਰ ਦੇਸੀ ਕੰਮ ਜਿਵੇਂ ਪਹਿਲਾਂ, ਜਿਵੇਂ ਕੁੱਡੀ ਛੋਟੇ ਵਾਲਾ ਹੁੰਦਾ ਸੀਗਾ, ਅਸੀਂ ਹੁਣ ਡੋਮੈਸਟਿਕ ਵੀ ਬਣਾਉਣ ਲੱਗੇ। ਹੁਣ ਤਾਂ ਵੀ ਆਰ ਵੈਂਚਰਿੰਗ ਇਨਟੂ ਮੋਰ ਮਸ਼ੀਨਸ। ਅਸੀਂ ਘਰ ਵਾਸਤੇ ਆਟਾ ਚੱਕੀ ਵੀ ਬਣਾ ਰਹੇ ਹੈਗੇ, ਪੱਥਰ ਵਾਲੀ। ਮਤਲਬ ਵੀ ਆਰ ਵਰਕਿੰਗ ਔਨ ਥਿੰਗਸ ਜਿਹੜੀਆਂ ਦੇਖੋ, 2-3 ਤਰੀਕੇ ਹੋ ਗਏ। ਇੱਕ ਤਾਂ ਖਾਣਾ ਉਗਾਉਣਾ, ਉਹ ਆਰਗੈਨਿਕਲੀ ਸੀ ਉਗਾ ਰਹੇ ਹੈਗੇ। ਇੱਕ ਹੁੰਦਾ ਖਾਣਾ ਪਕਾਉਣਾ, ਉਹਦੇ ਵਾਸਤੇ ਵੀ ਅਸੀਂ ਯੂਟੈਂਸਿਲਸ ਦੇ ਉੱਪਰ ਕੰਮ ਕਰ ਰਹੇ ਹੈਗੇ ਆ, ਕਿ ਜਿਹੜੇ ਆਪਣਾ ਮਿੱਟੀ ਦੇ ਬਰਤਨ ਹੋਣ, ਜਾਂ ਸਾਡੇ
ਕਾਂਸੇ ਦੇ ਬਰਤਨ ਹੋਣ, ਆਇਰਨ ਦੇ ਬਰਤਨ ਹੋਣ, ਉਹਨਾਂ ਦੇ ਉੱਪਰ ਵੀ ਕੰਮ ਕਰ ਰਹੇ ਹਾਂ। ਤੀਸਰੀ ਚੀਜ਼ ਹੋਗੀ ਜਦੋਂ ਕਿਉਂਕਿ ਅੱਜ ਕੱਲ ਉਹ ਵੀ ਚੀਜ਼ ਨਾ ਕਿ ਅਸੀਂ ਮਾਈਕ੍ਰੋਵੇਵ ਦੇ ਵਿੱਚ ਗਰਮ ਕਰ ਰਹੇ ਹਾਂ, ਉਹ ਪਲਾਸਟਿਕ ਦੇ ਵੱਖਰੇ ਵੱਖਰੇ ਜੇ ਚੱਕ ਲਿਆਉਂਦੇ ਆ ਕਿ ਅੱਜ ਆਹ ਕਲਰ ਦੇ ਬਾਉਲ ਲਿਆਂਦੇ, ਅੱਜ ਇਹ ਕਲਰ ਦੇ ਬਾਉਲ ਲਿਆਂਦੇ, ਇਹ ਨਹੀਂ ਪਤਾ ਕਿ ਉਹ ਕਿੰਨੇ ਜ਼ਿਆਦਾ ਸਾਨੂੰ ਸਾਈਡ ਇਫੈਕਟ ਕਰ ਰਹੇ ਆ। ਬਿਲਕੁਲ ਬਿਲਕੁਲ ਮੈਮ, ਦੇਖੋ ਪਲਾਸਟਿਕ ਜਿਹੜਾ ਹੈਗਾ ਉਹਨੇ ਆਪਣਾ ਕੰਮ ਕਰਨਾ ਹੀ ਹੈ, ਉਹਨੇ ਨੁਕਸਾਨ ਵੀ ਕਰਨਾ ਹੈਗਾ, ਪਰ ਕਿਤੇ ਨਾ ਕਿਤੇ ਸਾਡੀ ਡਿਪੈਂਡੈਂਸ ਪਲਾਸਟਿਕ ਤੇ ਬਹੁਤ ਜ਼ਿਆਦਾ ਫॉर ਪੈਕੇजिंग। ਜੀ ਤੇ ਫਿਰ ਵੀਟ ਗ੍ਰਾਸ ਵੱਲ ਵਧਦੇ ਹਾਂ ਹੁਣ ਮੇਰੇ ਨਾਲ ਦਾ, ਕਿਉਂਕਿ ਵੀਟ ਗ੍ਰਾਸ ਅੱਜ ਕੱਲ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਇਹ ਦਾਅਵੇ ਕੀਤੇ ਜਾਂਦੇ ਕਿ ਕੈਂਸਰ ਦੇ ਪੇਸ਼ੈਂਟਸ ਦੇ ਲਈ ਵੀਟ ਗ੍ਰਾਸ ਜਿਹੜਾ ਉਹ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ, ਪੇਸ਼ੈਂਟਸ ਕੀ ਰਿਸਪੌਂਸ ਦਿੰਦੇ ਆ ਵੀਟ ਗ੍ਰਾਸ ਨੂੰ ਲੈ ਕੇ? ਬਹੁਤ ਅੱਛਾ ਰਿਸਪੌਂਸ ਹੈ ਮੈਮ। ਕਈ ਲੋਕ ਤਾਂ ਆਪਟ ਹੀ ਇਹ ਕਰਦੇ ਨੇ, ਨੈਚੁਰਲ ਮੈਥਡਸ ਕਰਦੇ ਨੇ, ਦੇ ਡੋਂਟ ਗੋ ਫॉर ਕੀਮੋਥੈਰੇਪੀਜ਼। ਸੋ ਜੇ ਉਹਨਾਂ ਦੀ ਆਪਾਂ ਗੱਲ ਕਰੀਏ, ਦੇ ਆਰ ਵੈਰੀ ਹੈਪੀ। ਇਹਦੇ ਵਿੱਚ ਮੈਮ ਸਕਸੈਸ ਰੇਟ ਜੇ ਆਪਾਂ ਗੱਲ ਕਰੀਏ, ਸਕਸੈਸ ਰੇਟ ਤਾਂ ਆਪਣਾ ਕੀਮੋਥੈਰੇਪੀ ਦਾ ਵੀ ਅਸੀਂ ਕਹਾਂਗੇ 100% ਨਹੀਂ ਹੈ। ਸੋ ਦੂਸਰੀ ਚੀਜ਼ ਇਹ ਹੈਗੀ ਕਿ ਇਹ ਜਿਹੜਾ ਕੰਮ ਕਰਦਾ ਨਾ, ਇਹਨੇ ਓਵਰਆਲ ਬਾਡੀ ਤੇ ਕੰਮ ਕਰਨਾ, ਇਹਨੇ ਬੇਸਿਕਲੀ ਬਾਡੀ ਨੂੰ ਸਟਰੋਂਗ ਕਰਨਾ ਕਿ ਬਾਡੀ ਫਾਈਟਰ ਬਣੇ। ਪਲੱਸ ਜੇ ਆਪਾਂ ਗੱਲ ਕਰੀਏ ਕੈਂਸਰ ਸੈਲਸ ਦੀ, ਕੈਂਸਰ ਸੈਲਸ ਆਰ ਨਾਟ ਵੈਰੀ ਗੁੱਡ ਵਿਦ ਆਕਸੀਜਨ ਰਿਚ এনवायरमेंट, ਤੇ ਜਿਹੜਾ ਇਹਦਾ ਹਰਾ ਰੰਗ ਹੁੰਦਾ ਦੈਟ ਇਜ਼ ਬੇਸਿਕਲੀ ਕਲੋਰੋਫਿਲ। ਜੇ ਤੁਸੀਂ ਨੈਟ ਤੇ ਪੜ੍ਹ ਸਕਦੇ ਹੋ, ਜਿਹੜੇ ਵੀ ਦੇਖ ਰਹੇ ਆ ਤੁਸੀਂ ਵੀ ਦੇਖ ਸਕਦੇ ਹੋ, ਤੁਸੀਂ ਆਪਣੀ ਬਾਡੀ ਦਾ ਰੈੱਡ ਬਲੱਡ ਸੈੱਲ ਦਾ ਸਟਰਕਚਰ ਨੈਟ ਤੇ ਲੱਭਣਾ ਹੈਗਾ, ਵਟ ਸਟਰਕਚਰ ਆਫ ਰੈੱਡ ਬਲੱਡ ਸੈੱਲ। ਯੂ ਵਿਲ ਸੀ ਸੈਂਟਰ ਵਿੱਚ ਤੁਹਾਡਾ ਕੀ ਹੋਏਗਾ, ਨਾਈਟ੍ਰੋਜਨ ਦੇ ਕੰਪੋਨੈਂਟਸ ਹੋਣਗੇ, ਵਿੱਚ ਹੋਏਗਾ ਆਇਰਨ Fe, ਤੇ ਜੇ ਇਹਦੀ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਹੋਏਗਾ ਮੈਗਨੀਸ਼ੀਅਮ ਪਲੱਸ ਤੁਹਾਡੇ ਸੇਮ ਕੰਪੋਨੈਂਟ, ਸੇਮ ਸਟਰਕਚਰ ਹੈ। ਜਦੋਂ ਇਹਨੇ ਖੂਨ ਦੇ ਅੰਦਰ ਜਾਣਾ ਹੈ ਤੇ ਕਲੋਰੋਫਿਲ ਕੈਰੀਜ਼ ਆਕਸੀਜਨ, RBC ਆਲਸੋ ਕੈਰੀਜ਼ ਆਕਸੀਜਨ। ਜਦੋਂ ਇਹਨੇ ਜੂਸ ਨੇ ਅੰਦਰ ਜਾਣਾ ਹੈ, ਇਹ ਬੇਸਿਕਲੀ ਲਿਕੁਇਡ ਬਲੱਡ ਜਾਂ ਆਕਸੀਜਨ ਦਾ ਕੰਮ ਕਰਦਾ ਹੈ, ਆਕਸੀਜਨੇਟ ਕਰਦਾ এনवायरमेंट। ਪਲੱਸ ਇਟ ਇਜ਼ ਹੈਵਿੰਗ ਹਾਈ ਲੈਵਲ ਆਫ ਐਂਟੀਆਕਸੀਡੈਂਟਸ। ਹੁਣ ਐਂਟੀਆਕਸੀਡੈਂਟਸ ਕੀ ਕਰਦੇ ਨੇ, ਜਿਹੜੇ ਤੁਹਾਡੇ ਬਲੱਡ ਦੇ ਵਿੱਚ ਬਾਹਰੋਂ ਚਾਹੇ ਹਵਾ ਦੇ ਰਾਹੀਂ ਚਾਹੇ ਖਾਣੇ ਦੇ ਰਾਹੀਂ ਹੈਵੀ ਮੈਟਲਸ ਨੇ ਜਾਂ ਜਿਹੜੇ ਸਾਡੇ ਫ੍ਰੀ ਰੈਡੀਕਲਸ ਬਣ ਜਾਂਦੇ ਨੇ, ਜਿਹੜੇ ਸੈਲਸ ਨੂੰ ਜਾ ਕੇ ਟ੍ਰਿਗਰ ਕਰਦੇ ਨੇ ਟੂ ਬਿਕਮ ਕੈਂਸਰਸ, ਉਹਨੂੰ ਖਤਮ ਕਰਦੇ ਹੈਗੇ ਨੇ, ਐਂਟੀਆਕਸੀਡੈਂਟਸ ਨੂੰ ਕੱਢ ਦਿੰਦੇ ਹੈਗੇ ਨੇ। ਅਪਾਰਟ ਫਰੋਮ ਦੈਟ ਇਹ ਤੁਹਾਡੀ ਬਾਡੀ ਨੂੰ ਨਿਊਟ੍ਰੀਸ਼ਨ ਦਿੰਦਾ ਹੈ। ਇਹਦੇ ਵਿੱਚ ਜੇ ਆਪਾਂ ਕੰਪੋਨੈਂਟਸ ਦੀ ਗੱਲ ਕਰੀਏ, ਤੁਸੀਂ ਦੇਖੋ ਇਹ 'ਚ ਬਾਇਓਟਿਨ ਹੈ, ਵਿਟਾਮਿਨ A, ਵਿਟਾਮਿਨ B12 ਦਾ ਬੜਾ ਅੱਛਾ ਸੋਰਸ ਹੈ, E, C, ਫੋਲਿਕ ਐਸਿਡ ਨਹੀਂ ਮਿਲਦਾ ਅੱਜਕੱਲ, ਆਇਰਨ, ਮਤਲਬ ਜਿਹੜੇ ਇਹਦੇ ਵਿੱਚ ਕੰਪੋਨੈਂਟਸ ਹੈਗੇ ਇਹਦੇ ਨਾਲ। ਅੱਛਾ ਹੁਣ ਇਹ ਜੇ ਗੱਲ ਕਰੀਏ, ਅਸੀਂ ਜੇ ਫਰੈਸ਼ ਦੀ ਗੱਲ ਕਰ ਰਹੇ ਹਾਂ, ਸਾਨੂੰ ਫਰੈਸ਼ ਦਾ ਕੀ ਫਾਇਦਾ ਹੈ? ਜਿਹੜਾ ਫਰੈਸ਼ ਹੈ ਨਾ ਮੈਮ, ਜਦੋਂ ਵੀ ਕੋਈ ਚੀਜ਼ ਫਰੈਸ਼ ਹੋਏਗੀ, ਲਾਈਵ ਹੋਏਗੀ, ਉਹਦੇ ਵਿੱਚ ਲਿਵਿੰਗ ਐਂਜ਼ਾਈਮਸ ਹੋਣਗੇ, ਉਹ ਇਹਨਾਂ ਸਾਰੇ ਚੀਜ਼ਾਂ ਦੀ ਐਬਜ਼ੌਰਪਸ਼ਨ ਮਲਟੀਪਲਾਈ ਕਰ ਦਿੰਦੇ, ਫਟਾਫਟ ਬਾਡੀ ਐਬਜ਼ੌਰਬ ਕਰ ਲੈਂਦੀ ਹੈਗੀ। ਸੋ ਉਹਦੇ ਕਰਕੇ ਇਹਨਾਂ ਦਾ ਇਫੈਕਟ ਵੀ ਮਲਟੀਪਲਾਈ ਹੋ ਜਾਂਦਾ। ਇਹ ਹੁਣ ਜਿਵੇਂ ਤੁਸੀਂ ਇਹ ਵਾਲਾ ਪੂਰਾ ਲਗਾਇਆ ਹੋਇਆ ਹੈ, ਇਹ ਕਦੋਂ ਇਹਨੂੰ ਬੀਜਿਆ ਸੀ, ਕਿੰਨੇ ਦਿਨ ਇਹਨੂੰ ਲੱਗੇ ਏਡਾ ਵੱਡਾ ਹੋਣ ਦੇ ਵਿੱਚ, ਤੇ ਹੁਣ ਫਿਰ ਇਹ ਕਦੋਂ ਯੂਜ਼ ਜਿਹੜਾ ਉਹ ਹੋ ਜਾਊਗਾ? ਇਹ ਮੈਮ ਜਿਵੇਂ 8 ਦਿਨ ਪਹਿਲਾਂ ਅਸੀਂ ਬੀਜਿਆ ਸੀਗਾ। ਠੀਕ ਹੈ। ਅਸੀਂ ਆਰਗੈਨਿਕ ਵੀਟ ਯੂਜ਼ ਕਰਦੇ ਹੈਗੇ ਹਾਂ। ਵੀਟ ਨੂੰ ਅਸੀਂ ਆਪਣਾ ਸਾਡਾ ਸੈਟ ਪ੍ਰੋਸੀਜਰ ਹੈਗਾ, ਅਸੀਂ ਉਹਦੇ ਥਰੂ ਕਰਕੇ ਅਸੀਂ ਇਹਨੂੰ ਉਗਾਉਂਦੇ ਹੈਗੇ। 8ਵੇਂ ਦਿਨ ਅਸੀਂ ਇਹਨੂੰ ਹਾਰਵੈਸਟਿੰਗ ਸ਼ੁਰੂ ਕਰ ਦਿੰਦੇ ਹਾਂ। ਜੇ ਅਸੀਂ ਇਹਦਾ ਨਿਊਟ੍ਰੀਸ਼ਨਲ ਗ੍ਰਾਫ ਦੇਖੀਏ ਤਾਂ ਗ੍ਰਾਫ ਗੋਜ਼ ਲਾਈਕ ਦਿਸ। 8ਵਾਂ 9ਵਾਂ 10ਵਾਂ ਦਿਨ ਇਹਦਾ ਮੈਕਸਿਮਮ ਨਿਊਟ੍ਰੀਸ਼ਨ ਤੇ ਹੁੰਦੇ ਨੇ, ਹੌਲੀ ਹੌਲੀ ਨਿਊਟ੍ਰੀਸ਼ਨ ਡਾਊਨ ਜਾਂਦਾ ਰਹਿੰਦਾ ਹੈਗਾ। ਮੈਂ ਸੁਣਿਆ ਕਿ ਮਾਰਨਿੰਗ ਬਹੁਤ ਲੰਬੀ ਭੀੜ ਲੱਗੀ ਹੁੰਦੀ ਹੈ ਇੱਥੇ ਵੀਟ ਗ੍ਰਾਸ ਵਾਲਿਆਂ ਦੀ, ਤਾਂ ਫਿਰ ਉਹਨਾਂ ਨੂੰ ਜੂਸ ਕਿਵੇਂ ਤਿਆਰ ਕਰਕੇ ਦਿੱਤਾ ਜਾਂਦਾ ਹੈ? ਜੂਸ ਅਸੀਂ ਕੀ ਕਰਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਸਾਡਾ ਕੋਲਡ ਪ੍ਰੈਸ ਜੂਸਰ ਹੈਗਾ। ਕੋਲਡ ਪ੍ਰੈਸ ਦਾ ਮਤਲਬ ਇਹ 'ਚ ਗਰਮਾਹਟ ਨਹੀਂ ਹੁੰਦੀ, ਅਸੀਂ ਤੇ ਸਪੀਡ ਕਾਫੀ ਘਟਾਈ ਹੋਈ ਹੈ। ਹੁਣ ਅਸੀਂ ਡੋਮੈਸਟਿਕ ਵੀ ਆਲਮੋਸਟ ਸਾਡਾ ਮਹੀਨੇ 'ਚ ਤਿਆਰ ਹੋ ਜਾਣਾ ਹੈਗਾ, ਤੇ ਇਹ ਮੈਂ ਜੂਸਿਸ ਜਿਵੇਂ ਅਸੀਂ ਤਿਆਰ ਕੀਤੇ ਹੈਗੇ ਨੇ। ਜੇ ਆਪਾਂ ਇਹਦੀ ਹਾਰਵੈਸਟਿੰਗ ਦੀ ਗੱਲ ਕਰੀਏ, ਜਿਵੇਂ ਸਾਡੇ ਬੜੇ ਵਧੀਆ ਇੰਪਲੋਈਜ਼ ਹੈਗੇ ਨੇ ਨਾਲ ਸਾਡੇ ਜੁੜੇ ਹੋਏ ਪੁਰਾਣੇ 2-2 3-3 ਸਾਲਾਂ ਤੋਂ, ਸੋ ਦੇ ਹਾਰਵੈਸਟ ਇਟ। ਜਿਵੇਂ ਆਪਾਂ ਗੱਲ ਕਰੀਏ, ਮੂੰਹ ਦਿਖਾਈ ਬੇਟਾ, ਸੋ ਇਹਨੂੰ ਅਸੀਂ ਹਾਰਵੈਸਟ ਕਰਦੇ ਹਾਂ। ਦੇ ਆਰ ਵਿਦ ਗਲਵਸ, ਮਾਸਕ, ਕੈਪ ਹਮੇਸ਼ਾ ਪਾਏ ਹੁੰਦੇ ਨੇ, ਬਿਕੋਜ਼ ਵੀ ਵਾਂਟ ਇਟ ਟੂ ਬੀ ਵੈਰੀ ਹਾਈਜੀਨਿਕ ਹੋਣਾ ਚਾਹੀਦਾ ਹੈਗਾ। ਸਭ ਤੋਂ ਪਹਿਲੀ ਗੱਲ ਸਾਫ਼ ਸੁਥਰਾ ਹੋਣਾ ਚਾਹੀਦਾ, ਸਹੀ ਢੰਗ ਨਾਲ ਉਗਾਇਆ ਹੋਣਾ ਚਾਹੀਦਾ, ਤਾਜ਼ਾ ਹੋਣਾ ਚਾਹੀਦਾ। ਜੇ ਤਾਜ਼ਾ ਨਹੀਂ ਹੈ ਤਾਂ ਫਿਰ ਤੁਸੀਂ ਪਾਊਡਰ ਲੈ ਲਓ ਜਾਂ ਤੁਸੀਂ ਪਾਣੀ ਪੀ ਲਓ, ਸੇਮ ਚੀਜ਼ ਹੈ। ਉਹ ਪਾਊਡਰ ਇਫੈਕਟਿਵ ਹੁੰਦਾ ਇੰਨਾ? ਮੈਮ ਇਫੈਕਟਿਵ ਹੈ। ਜੋ ਵੀਟ ਗ੍ਰਾਸ ਜੂਸ 10 ਦਿਨ ਚ ਕਰਦਾ, ਪਾਊਡਰ 1 ਸਾਲ ਚ ਕਰਦਾ। ਤੇ ਇਹ ਤੋਂ ਇਲਾਵਾ ਇਹ ਜਿਹੜੇ ਬਰਤਨ ਪਏ ਨੇ, ਇਹ ਸਾਰੇ ਇਹ ਵੀ ਇੱਥੋਂ ਤਿਆਰ ਕੀਤੇ ਜਾਂਦੇ ਆ? ਇਹ ਵਾਲੇ ਨਹੀਂ ਮੈਮ, ਇਹ ਅਸੀਂ ਕੁਝ ਇੱਥੋਂ ਆਉਂਦੇ ਨੇ, ਕੁਝ ਅਸੀਂ ਜਿਵੇਂ ਕਰਤਾਰਪੁਰ ਸੋਬਤੀ ਪਿੰਡ ਹੈਗਾ ਉੱਥੋਂ ਹੋ ਗਿਆ, ਜਾਂ ਫਿਰ ਅਸੀਂ ਗੁਜਰਾਤ ਤੋਂ ਸੋਰਸ ਕਰਦੇ ਹਾਂ। ਇਹਦੇ ਵਿੱਚ ਸਾਡੇ ਕੋਲ ਪ੍ਰੈਸ਼ਰ ਕੁੱਕਰ ਟਰੱਕ ਹੈਗੇ ਨੇ, ਜਿਹਨਾਂ ਤੁਸੀਂ ਆਪਣਾ ਦਾਲ ਸਬਜ਼ੀ ਕੁਝ ਵੀ ਬਣਾ ਸਕਦੇ ਹੋ, ਐਂਡ ਦੇ ਵਰਕ ਵੈਰੀ ਨਾਈਸ। ਫਿਰ ਮਿੱਟੀ ਦੇ ਤਵੇ ਹੈਗੇ ਨੇ, ਇਹ ਤਾਂ ਆਮ ਮਿਲਦੀ ਹੈਗੀ ਚੀਜ਼। ਇਹਦੇ ਵਿੱਚ ਦਹੀਂ ਸ਼ਰਤੀਆਂ ਮਿੱਠੀ ਜੰਮੇਗੀ, ਮਤਲਬ ਗਰੰਟਿਡ, ਨਹੀਂ ਜੰਮਦੀ ਸਾਨੂੰ ਵਾਪਸ ਕਰ ਦਿਓ। ਓਕੇ, ਸੋ ਦਿਸ ਇਜ਼ ਹਾਊ ਦੇ ਵਰਕ। ਇੱਕ ਇਹ ਵੀ ਦਹੀਂ ਵਾਲੀ ਵੀ ਅੱਜਕੱਲ ਬੜੀ ਪ੍ਰੋਬਲਮ ਹੈ, ਦਹੀਂ ਜੰਮਦਾ ਨਹੀਂ ਹੈ ਘਰਾਂ ਦੇ ਵਿੱਚ। ਦਹੀਂ ਮੈਮ ਸਾਡਾ ਤਾਂ ਦੁੱਧ ਜਿਹੜਾ ਆਉਂਦਾ ਬੜਾ ਪਿਓਰ ਦੁੱਧ ਹੈਗਾ, ਦਹੀਂ ਜੰਮਦਾ ਹੀ ਜੰਮਦਾ। ਬਾਕੀ ਜ਼ਰੂਰੀ ਵੀ ਨਹੀਂ ਹੈ ਕਿ ਨਹੀਂ ਤੁਹਾਡਾ ਦਹੀਂ ਜੰਮ ਰਿਹਾ ਤੇ ਦੁੱਧ 'ਚ ਕੋਈ ਖਰਾਬੀ ਹੋਏਗੀ। SNF ਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ, ਕਈ ਵਾਰੀ ਸੀਜ਼ਨ ਚੇਂਜ ਹੁੰਦਾ ਹੈ, ਮੌਸਮ ਚੇਂਜ ਹੁੰਦਾ ਹੈ, ਗਾਵਾਂ ਦੀ ਫੀਡ ਫੂਡ ਚੇਂਜ ਹੁੰਦੀ ਹੈਗੀ ਹੈ, ਸੋ ਉਹਦੇ ਕਰਕੇ ਵੀ ਥੋੜੀਆਂ ਕਈ ਵਾਰ ਚੇਂਜਸ ਕਰਕੇ ਆਉਂਦੇ। ਕਈ ਵਾਰ ਟੈਂਪਰੇਚਰ ਚੇਂਜਸ, ਅੱਜ ਕੱਲ੍ਹ ਤੁਸੀਂ ਦੇਖਿਆ ਟੈਂਪਰੇਚਰ ਬਹੁਤ ਜ਼ਿਆਦਾ ਫਲਕਚੁਏਟ ਕਰਦਾ, 12 24 ਡਿਗਰੀ ਦਾ ਕਈ ਵਾਰ ਫਰਕ ਆ ਜਾਂਦਾ ਹੈ ਸਵੇਰੇ ਤੇ ਰਾਤ ਦੇ ਵਿੱਚ। ਸੋ ਦੈਟ ਇਜ਼ ਆਲਸੋ ਸਮਟਾਈਮ, ਕਿਉਂਕਿ ਬੇਸਿਕਲੀ ਜਿਹੜਾ ਦਹੀਂ ਹੈ ਦੈਟ ਇਜ਼ ਕਲਚਰ ਆਫ ਬੈਕਟੀਰੀਆ ਜਿਹੜਾ ਗਰੋ ਕਰ ਰਿਹਾ ਹੈਗਾ, ਉਹਨੂੰ ਕਈ ਵਾਰੀ ਉਹ ਨਹੀਂ ਕੰਡੀਸ਼ਨ ਸਹੀ ਮਿਲਦੀਆਂ, ਸੋ
ਉਹ ਨਹੀਂ ਹੁੰਦਾ ਜੀ। ਜੀ ਇਹ ਤੋਂ ਇਲਾਵਾ ਫਿਰ ਜਿਹੜੇ ਬਾਕੀ ਸਾਰੇ ਪ੍ਰੋਡਕਟਸ ਨੇ ਜਿਵੇਂ ਆਟਾ ਵੀ ਹੈ, ਰਾਈਸ ਵਗੈਰਾ ਵੀ ਹੈ, ਇਹ ਸਾਰੇ ਇਹ ਮਤਲਬ ਕਿਸ ਤਰੀਕੇ ਦੇ ਨਾਲ ਬਾਹਰੋਂ ਆ ਰਹੇ ਨੇ ਜਾਂ ਫਿਰ ਇਹ ਸਾਰੇ ਤੁਹਾਡੇ ਸਾਡੀ ਮੈਮ ਆਪਣੀ ਐਸੋਸੀਏਸ਼ਨ ਹੈ ਔਨ ਦਾ ਨੇਮ ਆਫ ਮਾਫੀਆ, ਓਕੇ, ਦ ਮਿੰਕ ਐਸੋਸੀਏਸ਼ਨ ਆਫ ਫਾਰਮਰਸ ਇਨ ਅਲਾਈਅੰਸ ਜਿਹਨੂੰ ਆਪਾਂ ਕਹਿੰਦੇ ਆ। ਉਹਦੇ ਵਿੱਚ ਅਸੀਂ ਵੀ ਆਰ ਗਰੁੱਪ ਆਫ ਫਾਰਮਰਸ, ਅਸੀਂ ਆਰਗੈਨਿਕ ਫਾਰਮਿੰਗ ਇਕੱਠੇ ਕਰਦੇ ਹੈਗੇ ਆ। ਜੋ ਸਾਡੇ ਇੱਥੇ ਖੇਤਾਂ 'ਚ ਉਗ ਰਿਹਾ ਹੈਗਾ ਅਸੀਂ ਕੁਛ ਤਾਂ ਉਹਦੇ ਵਿੱਚੋਂ ਕਰਕੇ ਸੋਰਸਿੰਗ ਕਰਕੇ ਕੁਝ ਪੈਕੇਜਿੰਗ ਕਰਦੇ ਆ ਡਾਇਰੈਕਟ, ਜਿਵੇਂ ਕੋਦਰਾ ਵਗੈਰਾ ਹੋ ਗਿਆ, ਕਈ ਦਾਲਾਂ ਹੋ ਗਈਆਂ, ਉਹ ਤਾਂ ਅਸੀਂ ਡਾਇਰੈਕਟ ਦੇ ਦਿੰਦੇ ਹੈਗੇ ਆ। ਕਈ ਚੀਜ਼ਾਂ ਅਸੀਂ ਆਪ ਪ੍ਰੋਸੈਸ ਕਰਕੇ ਅੱਗੇ ਦਿੰਦੇ ਹੈਗੇ ਆ। ਉਸ ਤੋਂ ਇਲਾਵਾ ਜਿਹੜੀਆਂ ਇੱਥੇ ਹੋ ਨਹੀਂ ਸਕਦੀਆਂ ਬਟ ਨੀਡ ਆਫ ਦਾ ਆ ਹੈਗੀਆਂ ਗਰੋਸਰੀ ਦੀਆਂ ਚੀਜ਼ਾਂ ਹੈਗੀਆਂ, ਉਹ ਸਾਨੂੰ ਕੁਝ ਸੋਰਸ ਵੀ ਕਰਨੀਆਂ ਪੈਂਦੀਆਂ ਹੈਗੀਆਂ। ਉਹਦੇ ਨਾਲ ਸਾਨੂੰ ਕੁਝ ਆਈਡੀਆ ਹੁੰਦਾ ਕਿ ਵੀ ਇਹ ਚੀਜ਼ਾਂ ਦੀ ਡਿਮਾਂਡ ਕਾਫੀ ਹੈਗੀ। ਫਿਰ ਅਸੀਂ ਨਾਲ ਆਪਣੇ ਫਾਰਮਰਸ ਨਾਲ ਬਹਿ ਕੇ ਡਿਸਕਸ਼ਨ ਵੀ ਕਰਦੇ ਹਾਂ ਕਿ ਤੁਸੀਂ ਇਹ ਚੀਜ਼ ਜ਼ਿਆਦਾ ਲਗਾਉਣੀ ਸ਼ੁਰੂ ਕਰੋ ਤਾਂ ਜੋ ਅਸੀਂ ਆਪਣੇ ਪੰਜਾਬ ਦੀ ਜ਼ਮੀਨ ਵੱਲ ਵੀ ਫੋਕਸ ਕਰੀਏ। ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਨਾ, ਨੌਜਵਾਨ ਪੀੜ੍ਹੀ ਹੈ, ਮੈਨੂੰ ਲੱਗਦਾ ਉਹ ਡਰਦੀ ਬਹੁਤ ਹੈ ਇਹਨਾਂ ਚੀਜ਼ਾਂ ਤੋਂ ਕਿ ਯਾਰ ਬਾਹਰਲਾ ਖਾਣਾ ਬੰਦ ਨਹੀਂ ਕਰ ਸਕਦੇ, ਥੋੜਾ ਜਿਹਾ ਤਾਂ ਖਾਣਾ ਪਊਗਾ। ਜਿਮ ਵਾਲੇ ਨੇ ਉਹ ਪ੍ਰੋਟੀਨਸ ਲੈਂਦੇ ਨੇ, ਪ੍ਰੋਟੀਨਸ ਦੇ ਨਾਮ ਦੇ ਉੱਤੇ ਜ਼ਹਿਰ ਜਿਹੜੀ ਉਹ ਮਾਦੇ ਦਾ ਸੈਲਫੀਆਂ ਨਾਲ ਪਲੇਟ ਦੀ ਫੋਟੋ ਖਿੱਚਣ ਦੇ ਚੱਕਰ 'ਚ ਖਾਂਦੇ ਨੇ। ਉਹ ਵਾਲੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤਾਂ ਉਹ ਨੌਜਵਾਨ ਪੀੜ੍ਹੀ ਜਿਹੜੀ ਉਹ ਨਹੀਂ ਸਮਝ ਪਾ ਰਹੀ ਆ ਗੱਲਾਂ ਨੂੰ ਕਿ ਨੌਜਵਾਨ ਪੀੜ੍ਹੀ ਮੈਂ ਆਈ ਐਮ ਨਾਟ ਵੈਰੀ 올ਡ, ਮੈਂ ਜੇ ਗੱਲ ਕਰਾਂ ਮੈਂ ਆਈ ਲੈਫਟ ਮਾਈ ਜੌਬ ਵੈਨ ਆਈ ਵਾਸ 24 25। ਜੇ ਨੌਜਵਾਨ ਪੀੜ੍ਹੀ ਆਪਾਂ ਗੱਲ ਕਰੀਏ ਕਿ ਅਡਲਟ, ਚਲੋ ਆਪਾਂ ਕਹਿੰਦੇ 18 19 ਸਾਲ ਤੋਂ ਬੰਦਾ ਅਡਲਟ ਬਣ ਜਾਂਦਾ ਹੈਗਾ, ਜਦੋਂ ਡਿਸੀਜਨ ਆਪਣੇ ਆਪ ਲੈਂਦਾ ਹੈਗਾ। ਹੋਣਾ ਪੈਣਾ ਬੱਚਿਓ, ਜੇ ਅਸੀਂ ਨਹੀਂ ਤਗੜੇ ਹੋਵਾਂਗੇ ਨਾ, ਜੇ ਨਹੀਂ ਸਟਰੋਂਗ ਹੋਵਾਂਗੇ ਤਾਂ ਫਿਰ ਪੜੋਸੀ ਦੇਸ਼ਾਂ ਨੂੰ ਲੜਨ ਦੀ ਸਾਡੇ ਨਾਲ ਲੋੜ ਹੀ ਹੈ ਨਹੀਂ। ਸਿੱਧੀ ਜੀ ਗੱਲ ਤੁਹਾਨੂੰ ਦੱਸਾਂ, ਅਸੀਂ ਆਪ ਹੀ ਅੰਦਰ ਆਪਣੇ ਆਪ ਨੂੰ ਖਤਮ ਕਰੀ ਜਾ ਰਹੇ ਹਾਂ। ਵੀ ਹੈਵ ਟੂ ਬੀ ਸਟਰੋਂਗ। ਤੁਸੀਂ ਬਾਹਰ ਜਾ ਰਹੇ ਹੋ, ਚਾਹੇ ਬਾਹਰ ਰਹਿ ਰਹੇ ਹੋ, ਜਿੱਥੇ ਵੀ ਹੋ ਤੁਸੀਂ, ਯੂ ਹੈਵ ਟੂ ਬੀ ਸਟਰੋਂਗ ਫॉर योर ਓਨ ਸੈਲਫ, ਫॉर योर ਫੈਮਿਲੀ, ਫॉर योर ਨੈਕਸਟ ਫੈਮਿਲੀ। ਦਿਸ ਇਜ਼ ਆ ਕੋਵਿਡ ਦੇ ਦੌਰ ਦੇ ਵਿੱਚ ਨਾ ਇਮਿਊਨਿਟੀ ਨੂੰ ਲੈ ਕੇ ਬਹੁਤ ਸ਼ਸ਼ਪੰਚ ਰਹੇ ਸਾਰੇ ਭਾਜਣ ਨੇ। ਇਮਿਊਨਿਟੀ ਬੂਸਟ ਕਰਨ ਦੇ ਲਈ ਡਿਟੋਲ ਵਾਲੇ ਨੇ ਵੀ ਇਮਿਊਨਿਟੀ ਲਿਖਿਆ ਸੀ ਉੱਤੇ। ਸਭ ਪਾਸੇ ਮਤਲਬ ਕਿ ਇਮਿਊਨਿਟੀ ਬੂਸਟ ਕਰਨ ਦੇ ਲਈ ਕੁਝ ਵੀ ਕਰ ਲੋ, ਹਨਾ, ਸਭ ਮਤਲਬ ਕੁਝ ਵੀ ਟਰਾਈ ਕਰਦੇ ਰਹੇ ਨੇ। ਤਾਂ ਆਰਗੈਨਿਕ ਦੇ ਵਿੱਚ ਇਮਿਊਨਿਟੀ ਬੂਸਟ ਕਰਨ ਦੇ ਲਈ ਕੀ ਕੁਝ ਹੈਗਾ ਆਪਣੇ ਕੋਲ ਕਿ ਜਿਹੜਾ ਇੱਕ ਨਾਰਮਲ ਪਰਸਨ ਉਹ ਲੈ ਸਕੇ? ਮੈਮ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਗਿਲੋਏ ਦੀ ਵੇਲ ਹੈਗੀ, ਗਿਲੋਏ ਇਜ਼ ਵੈਰੀ ਗੁੱਡ, ਤੁਲਸੀ ਇਜ਼ ਵੈਰੀ ਗੁੱਡ, ਵੀਟ ਗ੍ਰਾਸ ਜੂਸ ਅੰਮ੍ਰਿਤ ਹੈ ਇਮਿਊਨਿਟੀ ਵਾਸਤੇ, ਇਹ ਪਾਵਰ ਵੀ ਦਿੰਦਾ ਹੈ। ਪੇਠੇ ਦਾ ਜੂਸਿਸ, ਮੈਂ ਤੁਹਾਨੂੰ ਕਿਹਾ ਰॉ ਚੀਜ਼ਾਂ ਜਿਹੜੀਆਂ ਹੁੰਦੀਆਂ ਰॉ ਬਹੁਤ ਅੱਛੀ ਹੁੰਦੀ। ਉਸ ਤੋਂ ਬਾਅਦ ਆਰਗੈਨਿਕ ਚੀਜ਼ਾਂ ਜਿੰਨੀਆਂ ਵੀ ਹੈ, ਨਾਰੀਅਲ ਦਾ ਤੇਲ ਹੋ ਗਿਆ, ਜਿਵੇਂ ਦੇਸੀ ਘਿਓ ਹੋ ਗਿਆ, ਇਹ ਚੀਜ਼ਾਂ ਤੋਂ ਅਸੀਂ ਜਿੰਨਾ ਦੌੜੀ ਜਾਵਾਂਗੇ ਉਹਨਾਂ ਅਸੀਂ ਫਿਰ ਬਿਮਾਰੀਆਂ ਵੱਲ ਜਾਵਾਂਗੇ। ਸੋ ਅੱਛਾ, ਉਸ ਤੋਂ ਬਾਅਦ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖੇਤ ਦੇ ਵਿੱਚ ਕਹਿੰਦੇ ਨਾ ਕਿ ਜੇ ਸਮੁੰਦਰ ਨੂੰ ਪੜ੍ਹਨਾ ਹੈ ਤਾਂ ਉਹਦੀ ਇੱਕ ਬੂੰਦ ਨੂੰ ਪੜ੍ਹ ਲਓ। ਸਿਮਿਲਰਲੀ ਜੇ ਤੁਸੀਂ ਆਪਣੇ ਆਪ ਨੂੰ ਸਮਝਣਾ, ਤੁਸੀਂ ਨੇਚਰ ਦੀ ਕੋਈ ਵੀ ਚੀਜ਼ ਫੜ ਲਓ। ਮੈਂ ਤੁਹਾਨੂੰ ਦੱਸਿਆ ਖੇਤ ਦਾ ਐਗਜ਼ਾਮਪਲ, ਖੇਤ ਖਰਾਬ ਉੱਥੇ ਹੁੰਦਾ ਹੈ ਜਦੋਂ ਅਸੀਂ ਇੱਕ ਹੀ ਤਰ੍ਹਾਂ ਦੀ ਚੀਜ਼ ਬਹੁਤ ਵੱਡੇ ਸਕੇਲ ਤੇ ਲਾ ਦਿੰਦੇ ਹਾਂ। ਕਣਕ ਲਾਈ ਤਾਂ ਕਣਕ ਹੀ ਕਣਕ ਲਾਤੀ, ਉਹ ਫਿਰ ਨੈਚੁਰਲੀ ਉਹਨੂੰ ਕੀੜੇ ਜਿਹੜਾ ਕਣਕ ਤੋਂ ਅਟਰੈਕਟਡ ਸੀਗਾ ਉਹਨੇ ਉੱਥੇ ਫੈਲ ਜਾਣਾ ਹੈਗਾ। ਸੋ ਵੀ ਸ਼ੁੱਡ ਐਡ ਵੇਰੀਅਸ ਥਿੰਗਸ ਟੂ ਆਰ ਬੋਡੀ। ਸਾਨੂੰ ਸਿਰਫ ਇੱਕ ਚੀਜ਼ ਦੇ ਉੱਪਰ ਡਿਪੈਂਡੈਂਟ ਨਹੀਂ ਹੋਣਾ ਪਏਗਾ। ਹੁਣ ਡਿਪੈਂਡੈਂਸ ਕਿਵੇਂ ਹਟਾਣੀ ਹੈ, ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵਿੱਚ ਹੈ ਕੀ। ਸਵੇਰੇ ਤੁਸੀਂ ਉੱਠੇ, ਤੁਸੀਂ ਪਹਿਲਾਂ ਕਿਹਦਾ ਸੀਰੀਅਲਸ ਲੈ ਲਏ ਦੁੱਧ ਨਾਲ, ਨਾ ਤੁਸੀਂ ਵੀਟ ਫਲੇਕਸ ਲੈ ਲਏ, ਉਸ ਤੋਂ ਬਾਅਦ ਤੁਸੀਂ ਬ੍ਰੈਡ ਦੇ ਉੱਪਰ ਬਟਰ ਲਾ ਕੇ ਖਾ ਗਏ, ਉਸ ਤੋਂ ਬਾਅਦ ਤੁਸੀਂ ਪਰੌਂਠਾ ਖਾ ਲਿਆ, ਫਿਰ ਤੁਸੀਂ ਘਰ ਆਏ ਸ਼ਾਮ ਨੂੰ ਕਿਹਾ ਪਿਜ਼ਾ ਮੰਗਾ ਲੈਣੇ ਹੈਗੇ ਆ ਨਾ, ਉਹ ਮੰਗਾ ਲਿਆ, ਵੀਟ ਬੇਸਡ ਹੋਵੇ, ਤੁਸੀਂ ਕਿਹਾ ਜੀ ਵੀਟ ਬ੍ਰੈਡ ਜਾਂ ਮੈਦਾ ਵਾਲਾ ਹੋ ਗਿਆ। ਫਿਰ ਤੁਸੀਂ ਘੁੰਮਣ ਫਿਰਨ ਗਏ, ਤੁਸੀਂ ਰਸ ਮਲਾਈ ਖਾ ਲਈ। ਇਹ ਸਾਰਿਆਂ ਦੇ ਵਿੱਚ ਆਟਾ ਹੈ, ਸਾਰਿਆਂ ਦੇ ਵਿੱਚ। ਹੁਣ ਬੋਡੀ ਨੂੰ ਤੁਸੀਂ ਰੋਜ਼ ਆਟਾ ਹੀ ਆਟਾ ਦੇਈ ਚੱਲੋਗੇ, ਬੋਡੀ ਵੀ ਬੋਰ ਹੋ ਜਾਏਗੀ ਨਾ, ਕਹੇਗੀ ਕੀ ਹੈ। ਮਿਲਟਸ ਐਡ ਕਰੋ, ਬਾਜਰਾ ਐਡ ਕਰੋ, ਇਹ ਕੀ ਕਹਿੰਦੇ ਨੇ ਵੇਰੀਅਸ ਮਲਟੀਗ੍ਰੇਨ ਸਾਡਾ ਜਿਵੇਂ ਮਲਟੀਗ੍ਰੇਨ ਆਟਾ ਹੈ, ਜੌ, ਜਵਾਰ, ਬਾਜਰਾ, ਮੱਕੀ, ਛੋਲੇ, ਸੋਇਆਬੀਨ, ਰਾਗੀ, ਜਈ, ਮੂੰਗ, ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਹੁਣ ਇਹ ਡਾਇਬੀਟੀਜ਼ ਵਾਲਿਆਂ ਵਾਸਤੇ ਅੰਮ੍ਰਿਤ ਹੈ ਜੇ ਆਪਾਂ ਗੱਲ ਕਰੀਏ। ਸੋ ਵੀ ਸ਼ੁੱਡ ਐਡ ਮਿਕਸਚਰਸ ਟੂ ਆਰ ਬੋਡੀ, ਵੀ ਸ਼ੁੱਡ ਨਾਟ ਬੀ ਡਿਪੈਂਡੈਂਟ ਔਨ ਵਨ ਥਿੰਗ। ਠੀਕ ਹੈ। ਤੇ ਇੱਕ ਚੀਜ਼ ਮੈਂ ਹੋਰ ਕਹਿ ਰਹੀ ਸੀ, ਉਹ ਸਵਾਲ ਮੇਰਾ ਥੋੜਾ ਕਹਿ ਸਕਦੀ ਹਾਂ ਟਫ ਜਿਹਾ ਹੋਊਗਾ ਕਿ ਆਰਗੈਨਿਕ ਦੀ, ਜਿਵੇਂ ਪਹਿਲਾਂ ਮੈਂ ਗੱਲ ਕੀਤੀ ਕਿ ਬਾਕੀ ਸਾਰੇ ਵੀ ਦਾਵਾ ਕਰਦੇ ਕਿ ਸਾਡਾ ਆਰਗੈਨਿਕ ਹੈ, ਆਨਲਾਈਨ ਵਾਲੇ ਵੀ ਦਾਵਾ ਕਰਦੇ ਕਿ ਸਾਡਾ ਆਰਗੈਨਿਕ ਹੈ। ਲੋਕ ਮੈਨੂੰ ਲੱਗਦਾ ਫਿਰ ਇੱਥੇ ਵੀ ਸਵਾਲ ਖੜਾ ਕਰਨਗੇ ਕਿ ਦਾਵਾ ਕਰੋ ਜੀ ਇਹ ਆਰਗੈਨਿਕ ਹੈਗਾ ਕਿ ਨਹੀਂ, ਇਹ ਬੰਦਾ ਜੋ ਕੁਝ ਬੋਲ ਰਿਹਾ, ਇਹਨੇ ਜੋ ਬੋਲਿਆ ਉਹ ਸਹੀ ਹੈਗਾ, ਸਾਡੇ ਲਈ ਬੈਨੀਫਿਟ ਹੋਊਗਾ ਕਿ ਨਹੀਂ। ਫਿਰ ਉਹਦਾ ਜਵਾਬ ਕਿਵੇਂ ਦੇਵਾਂਗੇ? ਪਹਿਲੀ ਗੱਲ ਤਾਂ ਮੈਂ ਉਸ ਬੰਦੇ ਨੂੰ ਥੈਂਕ ਯੂ ਕਰਦਾ ਜਿਹੜਾ ਸਵਾਲ ਪੁੱਛਦਾ। ਜੇ ਅਸੀਂ ਸਵਾਲ ਨਹੀਂ ਨਾ ਪੁੱਛਦੇ ਤਾਂ ਫਿਰ ਅਸੀਂ ਫਰਨੀਚਰ ਟੇਬਲ ਚੇਅਰ ਹੀ ਹਾਂ, ਕਿਉਂਕਿ ਉਹ ਵੀ ਸਵਾਲ ਨਹੀਂ ਪੁੱਛਦੇ। ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੋ, ਸਭ ਤੋਂ ਪਹਿਲੀ ਗੱਲ ਹੈ ਤਾਂ ਤੁਸੀਂ ਜਿਵੇਂ ਮੈਨੂੰ ਪੁੱਛ ਰਹੇ ਹੋ ਕਿ ਇਹ ਆਰਗੈਨਿਕ ਹੈ ਕਿ ਨਹੀਂ, ਸਭ ਤੋਂ ਪਹਿਲਾਂ ਤੁਸੀਂ ਪੁੱਛੋ ਕਿ ਇਹ ਸਰਟੀਫਾਈਡ। ਅਸੀਂ ਸਰਟੀਫਿਕੇਸ਼ਨ ਦੇ ਉੱਪਰ ਕੰਮ ਕਰਦੇ ਹਾਂ, ਅਸੀਂ ਲੈਬ ਟੈਸਟਿੰਗ ਵੀ ਕਰਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੋਰਸ ਤੁਹਾਡੇ ਕੋਲ ਲੈ ਕੇ ਆਈਏ ਜੀ। ਤੀਜੀ ਚੀਜ਼ ਇਹ ਕਿ ਤੁਹਾਨੂੰ ਜ਼ਰੂਰ ਜਿਹੜਾ ਤੁਹਾਡਾ ਫਾਰਮਰ ਹੈ ਜਾਂ ਜਿੱਥੋਂ ਤੁਸੀਂ ਲੈ ਰਹੇ ਹੋ, ਜੇ ਤੁਸੀਂ ਸਬਜ਼ੀ ਲੈ ਰਹੇ ਹੋ, ਉਹਨੂੰ ਪੁੱਛਣਾ ਚਾਹੀਦਾ ਵੀ ਕਿੱਥੋਂ ਆ ਰਹੀ ਹੈ। ਸਭ ਤੋਂ ਪਹਿਲਾਂ ਦੇਖੋ ਸੀਜ਼ਨਲ ਹੈ ਜਾਂ ਨਹੀਂ। ਹੁਣ ਤੁਹਾਨੂੰ ਮੇਰੇ ਕੋਲ ਸਿਰਫ ਘੀਆ ਹੀ ਮਿਲੇਗਾ ਇੱਥੇ, ਨਹੀਂ ਤਾਂ ਮੈਂ ਲਾਈਨ ਲਾ ਸਕਦਾ ਸੀ ਸਬਜ਼ੀਆਂ ਦੀ, ਜਿੰਨੇ ਲੋਕ ਇੱਥੇ ਆਉਂਦੇ ਨੇ। ਇੱਕ ਸਬਜ਼ੀ ਰੱਖੀ ਹੋਈ ਉਹ ਹੈ ਹੀ ਇੱਕ ਸਬਜ਼ੀ ਮੇਰੇ ਕੋਲ, ਠੀਕ ਹੈ, ਇਸ ਸੀਜ਼ਨ ਦੇ ਵਿੱਚ। ਹਾਂਜੀ, ਮਾਰਕੀਟ 'ਚ ਤਾਂ ਬਾਕੀ ਸਭ ਵਿਕ ਰਹੀਆਂ। ਉਹ ਮੈਮ ਹਰ ਜਗ੍ਹਾ ਤੋਂ ਅਲੱਗ-ਅਲੱਗ ਜਗ੍ਹਾ ਤੋਂ ਵੀ ਆਉਂਦੀਆਂ ਹੈਗੀਆਂ ਨਾ, ਸੋ ਦੈਟ ਇਜ਼ ਅ ਡਿਫਰੈਂਟ ਥਿੰਗ। ਬਟ ਜੇ ਆਪਾਂ ਗੱਲ ਕਰੀਏ, ਇੱਕ ਤਾਂ ਇਹ ਪੈਰਾਮੀਟਰ ਹੋ ਗਿਆ। ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਕੋਸ਼ਿਸ਼ ਕਰੋ, ਵਿਜ਼ਿਟ ਕਰੋ। ਅਸੀਂ ਤਾਂ ਇਨਵਾਈਟ ਕਰਦੇ ਹਾਂ ਲੋਕਾਂ ਨੂੰ ਕਿ ਸਾਡੇ ਫਾਰਮ ਤੇ ਆਓ, ਦੇਖੋ ਅਸੀਂ ਕੀ ਕਰ ਰਹੇ ਹੈਗੇ। ਅਸੀਂ ਇੱਥੇ ਵੀ ਸਬਜ਼ੀਆਂ ਲਾਈਆਂ ਹੋਈਆਂ, ਸੋਰਸਿਸ ਸਭ ਨੇ ਲਿਆਉਂਦੇ ਹਾਂ ਬੇਸਿਕਲੀ। ਅਸੀਂ ਕੀ ਕਰਦੇ ਹਾਂ,
ਸੀਜ਼ਨ ਆਏਗਾ ਨਾ, ਅਸੀਂ ਗਮਲਿਆਂ ਦੇ ਵਿੱਚ ਸਬਜ਼ੀਆਂ ਲਾ ਕੇ ਇੱਥੇ ਰੱਖੀਆਂ ਹੋਣਗੀਆਂ ਠੀਕ ਹੈ ਕਿ ਬੰਦਾ ਆਪ ਤੋੜ ਕੇ ਲੈ ਕੇ ਜਾਵੇ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ, ਅਸੀਂ ਲੋਕਾਂ ਨੂੰ ਬਾਹਰ ਪਨੀਰੀਆਂ ਸਬਜ਼ੀਆਂ ਦਿੰਦੇ ਹੈਗੇ ਜੀ। ਆ, ਖਾਦ ਦਿੰਦੇ ਆ, ਗਾਈਡੈਂਸ ਦਿੰਦੇ ਆ ਕਿ ਘਰ ਸਬਜ਼ੀਆਂ ਲਾਓ। ਇੱਕ ਵਾਰੀ ਘਰ ਉਗਾ ਕੇ ਦੇਖੋ ਬਿਨਾਂ ਕੁਝ ਪਾਏ, ਤੁਹਾਨੂੰ ਪਤਾ ਲੱਗੇਗਾ ਕਿ ਅਸਲੀ ਚੀਜ਼ ਦਾ ਟੇਸਟ ਕੀ ਹੈ। ਉਸ ਤੋਂ ਬਾਅਦ ਫਿਰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪਏਗੀ। ਅਨਦਰ ਥਿੰਗ ਜਿਹੜੀ ਹੈਗੀ ਹੈ, ਦੇਰ ਆਰ ਲੋਟ ਆਫ ਸਰਟੀਫਿਕੇਸ਼ਨਸ ਵਿਚ ਆਰ ਨੀਡਡ। ਅਸੀਂ ਸਰਟੀਫਿਕੇਸ਼ਨ ਮੰਗਦੇ ਹਾਂ, ਕਈ ਚੀਜ਼ਾਂ ਦੀ ਕਈ ਜਗ੍ਹਾਵਾਂ ਦੀ ਸਾਨੂੰ ਸਰਟੀਫਿਕੇਸ਼ਨ ਨਹੀਂ ਮਿਲਦੀ ਹੈਗੀ, ਸੋ ਅਸੀਂ ਉਹ ਇੱਕ ਟਰਸਟ ਬੇਸ ਤੇ ਵੀ ਕੰਮ ਚਲਾਉਂਦੇ ਹੈਗੇ ਹਾਂ। ਬਟ ਦ ਸਿੰਪਲ ਗੱਲ ਜਿਹੜੀ ਆਪਾਂ ਗੱਲ ਕਰੀਏ ਕਿ ਜੇ ਇੱਕ ਚੀਜ਼ ਆਰਗੈਨਿਕ ਹੈ ਨਹੀਂ ਹੈ, ਤੁਸੀਂ ਚੀਜ਼ ਦੀ ਬਣਤਰ ਤੋਂ ਦੇਖ ਸਕਦੇ ਹੋ। ਠੀਕ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਟੇਸਟ ਤੋਂ ਦੇਖ ਸਕਦੇ ਹੋ। ਤੀਸਰੀ ਚੀਜ਼, ਤੁਸੀਂ ਜਿੱਥੋਂ ਲੈ ਰਹੇ ਹੋ ਐਟਲੀਸਟ ਕੁਐਸਚਨ ਹੈ, ਤੁਹਾਨੂੰ ਉਹਦੇ ਸਵਾਲਾਂ ਦੇ ਆਨਸਰ ਤੋਂ ਹੀ ਪਤਾ ਲੱਗ ਜਾਏਗਾ ਕਿ ਵਾਕਈ ਉਹ ਬੰਦਾ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ। ਚੌਥੀ ਚੀਜ਼ ਇਹ ਹੈ ਕਿ ਡੂ ਵਿਜ਼ਿਟ। ਤੁਸੀਂ ਜਿਹੜੀ ਚੀਜ਼ ਮੂੰਹ ਦੇ ਅੰਦਰ ਪਾ ਰਹੇ ਹੋ ਕਿ ਤੁਸੀਂ ਇੰਨਾ ਟਾਈਮ ਵੀ ਨਹੀਂ ਕੱਢ ਸਕਦੇ ਕਿ ਜਾ ਕੇ ਤੁਸੀਂ ਦੇਖੋ ਕਿ ਉਹ ਤਾਂ ਹੋ ਕਿੱਦਾਂ ਰਹੀ ਹੈ। ਜੀ ਬਣ ਕੇ ਅਸੀਂ ਜਿਵੇਂ ਹੁਣ ਵੀਟ ਗ੍ਰਾਸ ਹੈ, ਅਸੀਂ ਸਾਹਮਣੇ ਲੈ ਕੇ ਆਉਂਦੇ ਹਾਂ, ਅਸੀਂ ਤੁਹਾਡੇ ਸਾਹਮਣੇ ਕੱਟਦੇ ਹਾਂ। ਅਸੀਂ ਜੇ ਐਲੋਵੇਰਾ ਹੈ ਤੁਹਾਡੇ ਸਾਹਮਣੇ ਲਗਾਇਆ ਹੋਇਆ, ਤੁਹਾਡੇ ਸਾਹਮਣੇ ਕੱਟ ਕੇ ਜੂਸਿੰਗ ਹੁੰਦੀ ਹੈ। ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਲੋਕ ਇੱਥੇ ਆਉਂਦੇ ਨੇ। ਇਟਸ ਆਰਗੈਨਿਕ। ਮੈਨੂੰ ਕਈ ਲੋਕ ਕਹਿੰਦੇ ਕਿ ਇਹ ਜਿਵੇਂ ਤੁਸੀਂ ਚੀਜ਼ਾਂ ਹੈਗੀਆਂ ਆਰਗੈਨਿਕ ਜਿਹੜੀਆਂ ਹੈਗੀਆਂ, ਆਰਗੈਨਿਕ ਕਿਵੇਂ ਅਸੀਂ ਮੰਨ ਲਈਏ, ਜਿਵੇਂ ਤੁਸੀਂ ਮੇਰੇ ਨਾਲ ਗੱਲ ਕੀਤੀ, ਤੁਸੀਂ ਖਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ। ਠੀਕ ਹੈ, ਤੇ ਇਹਦਾ ਜਵਾਬ ਇਹ ਹੀ ਹੈ, ਖਾ ਕੇ ਦੇਖੋ। ਨਹੀਂ, ਸਿਰਫ ਖਾ ਕੇ ਦੇਖੋ ਨਹੀਂ, ਇਹਦੇ ਵਾਸਤੇ ਲੈਬ ਟੈਸਟਿੰਗ ਰਿਪੋਰਟਸ ਦੇਖੋ, ਤੁਸੀਂ ਸਰਟੀਫਿਕੇਸ਼ਨ ਦੇਖੋ, ਕੁਝ ਤਾਂ ਤੁਹਾਨੂੰ ਪੈਰਾਮੀਟਰਸ ਵੀ ਚਾਹੀਦੇ ਹੁੰਦੇ ਨੇ। ਉਸ ਤੋਂ ਇਲਾਵਾ ਜੇ ਚਲੋ ਮੈਂ ਕਹਿੰਦਾ ਕਿ ਸਰਟੀਫਿਕੇਸ਼ਨ ਵੱਲ ਆਪਾਂ ਜੇ ਨਾ ਵੀ ਜਾਈਏ ਜਾਂ ਲੈਬ ਟੈਸਟ, ਚਲੋ ਆਪਾਂ ਕਹਿੰਦੇ ਸਰਟੀਫਿਕੇਟ ਵੀ ਮਿਲ ਜਾਂਦਾ ਹੈਗਾ ਇਦਾਂ ਹੀ, ਤਾਂ ਤੁਸੀਂ ਸੋਰਸ ਜ਼ਰੂਰ ਪੁੱਛੋ। ਦੁੱਧ ਦਾ ਅਸੀਂ ਪੂਰਾ ਸੈਟਅਪ ਲਾਇਆ ਹੋਇਆ, ਤੁਸੀਂ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਜ਼ਰੂਰ। ਇਟਸ ਆਲ ਆਟੋਮੇਟਿਡ ਪ੍ਰੋਸੈਸ। ਉਹ ਦੇਖੋ ਦੁੱਧ ਚੋਣ ਤੋਂ ਲੈ ਕੇ ਪੈਕਟਾਂ ਦੇ ਪੈਣ ਤੱਕ ਕੋਈ ਹੱਥ ਨਹੀਂ ਲੱਗਦਾ ਬੰਦੇ ਦਾ ਵਿੱਚ, ਸਾਰਾ ਕੁਝ ਆਟੋਮੇਟਿਡ ਹੈ। ਸਾਡੇ ਕੋਲ ਵਿੱਚ ਮਿਕਸ ਕਰਨ ਦਾ ਕੋਈ ਆਪਸ਼ਨ ਹੀ ਹੈ ਨਹੀਂ। ਸੋ ਦੁੱਧ ਸਾਡੇ ਕੋਲ ਹੈਗਾ। ਹੁਣ ਅਸੀਂ ਜਿਵੇਂ ਅਸੀਂ ਹੁਣ ਬੇਸਿਕਲੀ ਮਾਰਕੀਟ ਵਧਾ ਰਹੇ ਹਾਂ ਜੀ। ਅਸੀਂ ਹੁਣ ਅੱਜ ਇੱਕ ਸਟੋਰ ਆਦਰਸ਼ ਨਗਰ ਜਲੰਧਰ ਵੀ ਖੋਲ੍ਹਿਆ ਹੈਗਾ। ਹੁਣ ਅਸੀਂ ਜ਼ੀਰਕਪੁਰ ਖੋਲ੍ਹਣ ਲੱਗੇ ਹੈਗੇ ਹਾਂ। ਸਾਡੇ 2-3 ਸਟੋਰਸ ਇੱਦਾਂ ਦੇ ਜਿਹੜੇ ਸ਼ਾਪਸ ਤੇ ਸਮਾਨ ਜਾ ਰਿਹਾ ਹੈਗਾ, ਜਿਵੇਂ ਛੋਟੀ ਬਾਰਾਦਰੀ ਰਾਸ਼ਨ ਪਾਣੀ ਦੁਕਾਨ ਹੈਗੀ, ਉੱਥੇ ਜਾ ਰਿਹਾ ਹੈਗਾ। ਰਮਨੀਕ ਐਵਨਿਊ ਸਾਡਾ ਇੱਕ ਸਟੋਰ ਹੈਗਾ, ਉੱਥੇ ਜਾ ਰਿਹਾ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਸਾਰੀਆਂ ਚੀਜ਼ਾਂ ਦੱਸਣ ਦੇ ਲਈ ਤੇ ਸਮਝਾਉਣ ਦੇ ਲਈ ਵੀ ਕਿ ਕੀ ਕੁਝ ਚੱਲ ਰਿਹਾ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਉਮੀਦ ਕਰਦੇ ਹਾਂ ਕਿ ਜਿਹੜੇ ਦਰਸ਼ਕ ਇਹ ਪੂਰਾ ਐਪੀਸੋਡ ਦੇਖਣਗੇ ਉਹ ਖੁਦ ਵੀ ਇੱਥੇ ਵਿਜ਼ਿਟ ਕਰਨਗੇ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਖਾਸ ਤੌਰ ਤੇ ਕਿ ਆਪਣੇ ਆਪ ਨੂੰ ਬਦਲਣਾ ਪਏਗਾ, ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਉਸ ਤੋਂ ਬਾਅਦ ਹੀ ਬਿਮਾਰੀਆਂ ਤੋਂ ਨਿਜਾਤ ਜਿਹੜਾ ਉਹ ਪਾਇਆ ਜਾ ਸਕਦਾ ਹੈ। ਸਿਰਫ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਇੱਕ ਦਵਾਈ ਲੈ ਲਈ ਇਹ ਤੋਂ ਬਾਅਦ ਅਸੀਂ ਕੈਂਸਰ ਤੋਂ ਵੀ ਠੀਕ ਹੋ ਜਾਾਂਗੇ, ਅਸੀਂ ਡਾਇਬਟੀਜ਼ ਤੋਂ ਵੀ ਠੀਕ ਹੋ ਜਾਾਂਗੇ, ਜਾਂ ਫਿਰ ਜਿਵੇਂ ਗਰਲਸ ਨੂੰ ਪ੍ਰੋਬਲਮ ਨੇ PCODs ਦੀਆਂ, ਅਸੀਂ ਉਹ ਤੋਂ ਠੀਕ ਹੋ ਜਾਾਂਗੇ। ਤਾਂ ਮਿਹਨਤ ਕਰਨੀ ਪਏਗੀ, ਆਪਣਾ ਖਾਣ ਪੀਣ ਬਦਲਣਾ ਪਏਗਾ ਤੇ ਚੰਗੀਆਂ ਚੀਜ਼ਾਂ ਖਾਣੀਆਂ ਪੈਣਗੀਆਂ, ਵਧੀਆ ਚੀਜ਼ਾਂ, ਨੈਚੁਰਲ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਪੈਣਗੀਆਂ। ਉਸ ਤੋਂ ਬਾਅਦ ਹੀ ਬਿਮਾਰੀਆਂ ਦੇ ਨਾਲ ਲੜਿਆ ਜਾ ਸਕਦਾ ਹੈ। ਕੋਈ ਇੱਕ ਤਰੀਕੇ ਦੇ ਨਾਲ ਮੰਤਰ ਨਹੀਂ ਪੜਿਆ ਜਾ ਸਕਦਾ ਜਿਸ ਦੇ ਨਾਲ ਸਭ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਣਗੀਆਂ। ਤਾਂ ਉਮੀਦ ਹੈ ਤੁਹਾਨੂੰ ਇਹ ਐਪੀਸੋਡ ਵਧੀਆ ਲੱਗੇਗਾ ਤੇ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰੋਗੇ ਤੇ ਜੋ ਕੁਝ ਵੀ ਇੱਥੇ ਆਰਗੈਨਿਕ ਮਿਲ ਰਿਹਾ ਉਹ ਜ਼ਰੂਰ ਟਰਾਈ ਕਰੋਗੇ। ਕੈਮਰਾਮੈਨ ਜਤਿਨ ਦੇ ਨਾਲ ਮੈਂ ਨਵਜੋਤ ਕੌਰ, ਜਲੰਧਰ।